हम लोगों का एक्सेस न्यूज़ के लिए ख़त्म हो गया है। कि किसी भी पोर्टल ਦਾ ਤੁਸੀਂ ਜੇ ਲਿੰਕ ਫੇਸਬੁੱਕ ਤੇ ਸ਼ੇਅਰ ਕਰ ਦਿਓ ਤਾਂ ਫੇਸਬੁੱਕ ਉਸ ਪੋਰਟਲ ਦੀ ਆਰਗੇਨਾਈਜੇਸ਼ਨ ਨੂੰ ਪੈਸੇ ਦੇ ਯਾਨੀ ਕਿ ਰੈਵਨਿਊ ਸ਼ੇਅਰ ਕਰੇ। ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਪਾਕਿਸਤਾਨ ਦੇ ਵਿੱਚ ਸ਼ਾਇਦ ਇਮਰਾਨ ਖਾਨ ਦਾ ਜਿਉਂਦਾ ਬਚਣਾ ਵੀ ਔਖਾ ਸੀ। ਸੋ ਗੂਗਲ ਨੇ ਕਿਹਾ ਸੀ ਕਿ ਅਸੀਂ ਆਪਣੇ ਜਿੰਨਾ ਸਰਚ ਇੰਜਨਸ ਹੈ ਗੂਗਲ ਦਾ ਉੱਥੋਂ ਅਸੀਂ ਸਾਰੀ ਕੈਨੇਡੀਅਨ ਨਿਊਜ਼ ਹਟਾ ਦਾਂਗੇ ਬਿਕੋਜ਼ ਗੂਗਲ ਦੇ ਨਾਲ ਵੀ ਸੇਮ ਪ੍ਰੋਬਲਮ ਹੈ। ਸੋ ਪੁਆਇੰਟ ਇਹ ਹੈ ਕਿ ਜਸਟਿਨ ਟਰੂਡੋ ਜਾਂ ਲਿਬਰਲ ਗਵਰਨਮੈਂਟ ਕਿਹੜੇ ਇਰਾਦੇ ਦੇ ਨਾਲ ਇਹ ਕਾਨੂੰਨ ਲੈ ਕੇ ਆਈ, ਇਹਦਾ ਬੜਾ ਵਿਰੋਧ ਹੋਇਆ ਹੈ। ਅੱਜ ਵੀ ਕਈ ਜਿਹੜੇ ਕੈਨੇਡੀਅਨ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਵਿੱਚ ਕੈਨੇਡੀਅਨ ਨਿਊਜ਼ ਹੈ ਜਾਂ CBC ਹੈ, ਬ੍ਰੌਡਕਾਸਟਰਸ ਐਸੋਸੀਏਸ਼ਨ ਹੈ, ਉਹਨਾਂ ਨੇ ਇੱਕ ਕੰਪੀਟੀਸ਼ਨ ਬਿਊਰੋ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਇੱਕ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਜੀ ਕਿ ਇਹ ਫੇਸਬੁੱਕ ਮਨਮਾਨੀ ਕਰਦਾ ਪਿਆ, ਤੁਸੀਂ ਆਪਣੀ ਪ੍ਰੋਸੀਕਿਊਟੋਰੀਅਲ ਪਾਵਰਸ ਦੀ ਵਰਤੋਂ ਕਰਕੇ ਫੇਸਬੁੱਕ ਨੂੰ ਰੋਕੋ। ਇਹ ਚੀਜ਼ ਤੁਸੀਂ ਇੰਡੀਆ 'ਚ ਕਰਕੇ ਦਿਖਾ ਦਿਓ। ਤੁਸੀਂ ਪਾਕਿਸਤਾਨ 'ਚ, ਮੈਂ ਕਹਿ ਰਿਹਾ ਪਾਕਿਸਤਾਨ 'ਚ ਨਹੀਂ ਹੋਇਆ ਚੀਜ਼, ਇੰਡੀਆ 'ਚ ਨਹੀਂ ਹੋ ਰਹੀ ਹੈ, ਹੋਣ ਨਹੀਂ ਦਿੱਤੀ ਜਾ ਰਹੀ ਹੈ, ਕਿਉਂਕਿ ਜਿਹੜੇ ਵੀ ਜਮਹੂਰੀਅਤ ਪਸੰਦ ਹੈ, ਡੈਮੋਕ੍ਰੇਸੀ ਪਸੰਦ ਲੋਕ ਨੇ, ਉਹ ਸਮਝਦੇ ਨੇ ਫੇਸਬੁੱਕ ਤੋਂ ਸਾਨੂੰ ਤੁਹਾਨੂੰ ਕੀ ਪ੍ਰੋਬਲਮ ਹੈ। ਕਿਸੇ ਇੱਥੇ ਕੋਈ ਕੰਟੈਂਟ ਮੇਕਰ, ਕਿਸੇ ਐਸੇ ਨਿਊਜ਼ ਐਸਟੈਬਲਿਸ਼ਮੈਂਟ ਨੇ ਕਦੇ ਕੋਈ ਸ਼ਿਕਾਇਤ ਲੈ ਕੇ ਨਹੀਂ ਗਏ ਕਿ ਫੇਸਬੁੱਕ ਸਾਡੇ ਨਾਲ ਮਨਮਾਨੀ ਕਰਦਾ ਹੈ, ਗੂਗਲ ਮੇਰੇ ਨਾਲ ਮਨਮਾਨੀ ਕਰਦਾ ਹੈ, YouTube ਮੇਰੇ ਨਾਲ ਮਨਮਾਨੀ ਕਰਦਾ, ਐਸਾ ਕੋਈ ਗੱਲਬਾਤ ਨਹੀਂ ਹੈ। CBC 70% ਉਹਦਾ ਹਰ ਸਾਲ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਨੇ ਦੇਣਾ ਹੈ, ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਣਾ ਹੈ। ਸੋ ਉਹ ਤਾਂ ਬੈਨੀਫੀਸ਼ੀਅਰੀ ਨੇ। ਅੱਜ ਉਹ ਕੰਪੀਟੀਸ਼ਨ ਬਿਊਰੋ ਆਫ ਕੈਨੇਡਾ ਕੋਲ ਕੀ ਸ਼ਿਕਾਇਤ ਲੈ ਕੇ ਪਹੁੰਚਦੇ ਨੇ, ਕੁਝ ਲੱਭਣ ਤੋਂ ਬਾਅਦ ਪਾਰਲੀਮੈਂਟਰੀ ਕਮੇਟੀਆਂ, ਉਹਨਾਂ ਨੇ ਕਿਹਾ ਕਿ ਜੀ ਮੁਕਾਬਲੇਬਾਜ਼ੀ ਦੀ ਲੋੜ ਹੈ, ਇੰਟਰਨੈਸ਼ਨਲ ਪਲੇਅਰਸ ਨੂੰ ਲਿਆਓ, ਹੋਰ ਪਲੇਅਰਸ ਨੂੰ ਲਿਆਓ, ਕਿਉਂਕਿ ਮਨਮਾਨੀ ਹੁੰਦੀ ਪਈ ਹੈ। ਇਹ ਪੂਰੇ ਦੇ ਪੂਰੇ ਜਿਹੜੇ ਕੈਪੀਟਲਿਸਟ ਇਕੋਨੋਮੀ ਦੇ ਜਿਹੜੇ ਮਾਡਲਸ ਨੇ, ਚਾਹੇ ਉਹ ਅਮਰੀਕਾ 'ਚ ਫੋਲੋ ਹੁੰਦਾ ਹੈ, ਕੈਨੇਡਾ ਦੇ ਵਿੱਚ ਹੈ, ਇਹਦੇ ਵਿੱਚ ਤੁਸੀਂ ਇੱਕ ਕਾਟਲਾਈਜੇਸ਼ਨ ਜਾਂ ਮੋਨੋਪੋਲਾਈਜੇਸ਼ਨ ਵਾਲੇ ਪਾਸੇ ਜਾਂਦੇ ਹੋ। ਇੱਥੇ ਰਾਈਟ ਨਾਓ ਵਾਟ ਆਈ ਸੀ ਇਜ਼ ਦੈਟ ਦਿਸ ਮੋਨੋਪੋਲਾਈਜੇਸ਼ਨ ਇਜ਼ ਹੈਪਨਿੰਗ ਔਨ ਦ ਨਿਊਜ਼ ਫਰੰਟ। ਦੇਰ ਇਜ਼ ਐਬਸੋਲੂਟਲੀ ਨੋ, ਇਹਨੂੰ ਹੋਰ ਕੋਈ ਇਹਦੇ ਸ਼ਬਦਾਵਲੀ ਨਹੀਂ ਹੈ। ਤੁਸੀਂ ਗੱਲ ਨੂੰ ਘੁਮਾ ਫਿਰਾ ਕੇ ਗੋਲ-ਮੋਲ ਜਿਵੇਂ ਮਰਜ਼ੀ ਕਰ ਲਓ, ਲੇਕਿਨ ਅੱਜ ਕੈਨੇਡਾ ਦੇ ਵਿੱਚ ਨਿਊਜ਼ ਦੀ ਸੈਂਸਰਸ਼ਿਪ ਸ਼ੁਰੂ ਹੋ ਚੁੱਕੀ ਹੈ। नमस्कार, आदाब, सत श्री अकाल। नमस्कार, आदाब, सत श्री अकाल। रेड FM के इस ख़ास प्रोग्राम में एक बार फिर से मैं मणिमुख शर्मा आप सबका इस्तकबाल करता हूं। आज अगर आप ये ब्रॉडकास्ट देख रहे हैं तो ज़रूर आप कनाडा के बाहर हैं या फिर उन गिने चुने लकी लोगों में से हैं जिन पर अभी तक ये कानून आयद नहीं हुआ है। आज सुबह से कनाडा में हम बहुत से यूज़र्स जो फेसबुक के प्लेटफॉर्म, मेटा के प्लेटफॉर्म्स फेसबुक और इंस्टाग्राम का इस्तेमाल करते हैं, आज से हम लोगों का एक्सेस न्यूज़ के लिए ख़त्म हो गया है। इसके क्या इम्प्लिकेशंस हैं, क्या होने वाला है आने वाले दिनों में, इस बारे में तफसील से बात करेंगे। आज मेरे साथ फिर से मेरे सहयोगी रितेश लकी साहब जुड़े हुए हैं। रितेश जी, आपका बहुत बहुत स्वागत है। धन्यवाद मनी जी। तो हम क्या अब सिर्फ इंडिया में ब्रॉडकास्ट करेंगे या फिर US में देखेंगे लोगों को, लोग हमें देखेंगे? क्या कनाडा में अब लोग देख नहीं पाएंगे हमें? देखिए, सीधी सी बात है, ਜਿਹੜਾ ਆਨਲਾਈਨ ਨਿਊਜ਼ ਐਕਟ ਬਿੱਲ C-18 ਲਿਆਂਦਾ ਗਿਆ, ਜਿਸ ਨੂੰ ਕਿ ਪਾਰਲੀਮੈਂਟ ਦੇ ਵਿੱਚ ਪਾਸ ਕਰਤਾ ਗਿਆ, ਕਾਨੂੰਨ ਇਹ ਬਣ ਚੁੱਕਾ ਹੈ। ਸੋ ਇਸ ਦਾ ਹੁਣ ਲਾਗੂ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਮੈਟਾ ਨੇ, ਯਾਨੀ ਕਿ ਜਿਹੜੀ ਕੰਪਨੀ ਫੇਸਬੁੱਕ ਤੇ ਇੰਸਟਾ ਨੂੰ ਹੈਂਡਲ ਕਰਦੀ ਹੈ, ਤੇ ਈਵਨ ਗੂਗਲ ਨੇ ਇਹ ਕਿਹਾ ਕਿ ਅਸੀਂ ਟਰਾਇਲਸ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚੋਂ ਅਸੀਂ ਨਿਊਜ਼ ਕੰਟੈਂਟ ਜਾਂ ਨਿਊਜ਼ ਦੇ ਜਿਹੜੇ ਪਬਲਿਕੇਸ਼ਨ ਲਿੰਕਸ ਨੇ ਉਹਨਾਂ ਨੂੰ ਟੋਟਲੀ ਗਾਇਬ ਕਰ ਦਾਂਗੇ ਜਾਂ ਖਤਮ ਕਰ ਦਾਂਗੇ, ਕਿਉਂਕਿ ਉਹ ਕਹਿ ਰਹੇ ਨੇ ਕਿ ਸਾਡੇ ਲਈ ਇਹ ਬਿਜ਼ਨਸ ਵਾਰਾ ਨਹੀਂ ਖਾਂਦਾ। ਕਾਨੂੰਨ ਕੀ ਹੈ? ਕਾਨੂੰਨ ਕੈਨੇਡੀਅਨ ਗਵਰਨਮੈਂਟ ਵੱਲੋਂ ਇਹ ਇਸ ਇਰਾਦੇ ਦੇ ਨਾਲ, ਇਸ ਮਕਸਦ ਦੇ ਨਾਲ ਲਿਆਇਆ ਗਿਆ ਕਿ ਜੀ ਜਿਹੜਾ ਰੈਵਨਿਊ ਸ਼ੇਅਰਿੰਗ ਹੈ, ਜਿਹੜੀ ਸੋਸ਼ਲ ਮੀਡੀਆ ਜਾਇੰਟਸ ਪਲੇਟਫਾਰਮਸ ਨੇ, ਉਹ ਰੈਵਨਿਊ ਸ਼ੇਅਰਿੰਗ ਨਹੀਂ ਕਰਦੇ ਨਿਊਜ਼ ਆਰਗੇਨਾਈਜੇਸ਼ਨਸ ਦੇ ਨਾਲ। ਸੋ ਜਿਹੜਾ ਮੁਨਾਫਾ ਹੈ ਤਕਰੀਬਨ $350 ਮਿਲੀਅਨ ਉਸਦਾ ਇੱਕ ਐਸਟੀਮੇਟ ਦਿੱਤਾ ਗਿਆ ਕਿ ਇਹਦੇ ਵਿੱਚ ਰੈਵਨਿਊ ਸ਼ੇਅਰਿੰਗ ਕਰੋ। ਯਾਨੀ ਕਿ ਕਿਸੇ ਵੀ ਪੋਰਟਲ ਦਾ ਤੁਸੀਂ ਜੇ ਲਿੰਕ ਫੇਸਬੁੱਕ ਤੇ ਸ਼ੇਅਰ ਕਰ ਦਿਓ ਤਾਂ ਫੇਸਬੁੱਕ ਉਸ ਪੋਰਟਲ ਦੀ ਆਰਗੇਨਾਈਜੇਸ਼ਨ ਨੂੰ ਪੈਸੇ ਦੇ, ਯਾਨੀ ਕਿ ਰੈਵਨਿਊ ਸ਼ੇਅਰ ਕਰੇ। ਹੁਣ ਫੇਸਬੁੱਕ ਕਹਿੰਦਾ ਕਿ ਮੈਨੂੰ ਇਹ ਵਾਰਾ ਨਹੀਂ ਖਾਂਦਾ, ਮੇਰਾ ਇੱਕ ਬਹੁਤ ਛੋਟਾ ਜਿਹਾ ਸਾਈਜ਼ ਹੈ, ਨਿਊਜ਼ ਦੀ ਆਡੀਅੰਸ ਜਾਂ ਮਾਰਕੀਟ ਜਿਹੜੀ ਮੇਰੀ ਹੈ ਉਹ 2 ਤੋਂ ਲੈ ਕੇ 3-4% ਤੱਕ ਹੈ, ਕੈਨੇਡਾ ਦੇ ਵਿੱਚ ਬਹੁਤ ਛੋਟਾ ਜਿਹਾ ਆਕਾਰ ਹੈ। ਉਹਨਾਂ ਨੇ ਕਿਹਾ ਵੀ ਵੀ ਆਰ ਨਾਟ ਇੰਟਰਸਟਿਡ, ਕਿ ਅਸੀਂ ਜੇ ਇੰਨਾ ਸਭ ਨੂੰ ਪੇ ਕਰਨਾ ਸ਼ੁਰੂ ਕਰਤਾ ਤਾਂ ਫਿਰ ਸਾਡੇ ਲਈ ਇਹ ਬਿਜ਼ਨਸ ਪ੍ਰੋਪੋਜੀਸ਼ਨ ਵਾਈਜ਼ ਠੀਕ ਨਹੀਂ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਨਿਊਜ਼ ਹੀ ਹਟਾ ਲਾਂਗੇ, ਅਸੀਂ ਕੈਨੇਡਾ ਦੇ ਵਿੱਚ ਨਿਊਜ਼ ਹੀ ਨਹੀਂ ਦਿਖਾਵਾਂਗੇ। ਹੁਣ ਇੱਕ ਬਹੁਤ ਸੀਰੀਅਸ ਗੱਲਬਾਤ ਹੈ। ਇਟ ਵਰਚੁਅਲੀ ਮੀਨਸ ਕਿ ਆਪਾਂ ਨੱਕ ਨੂੰ ਐਵੇਂ ਨਹੀਂ ਘੁਮਾ ਕੇ ਹੱਥ ਫੜ ਲਿਆ, ਲੇਕਿਨ ਇਹਦਾ ਫਾਈਨਲ ਮਤਲਬ ਇਹ ਹੈ ਕਿ ਸੈਂਸਰਸ਼ਿਪ ਹੈ। ਇਟ ਇਜ਼ ਅ ਸੈਂਸਰਸ਼ਿਪ ਬਾਈ ਡਿਫਾਲਟ ਹੀ ਹੋ ਗਈ। ਮਤਲਬ ਉਹ ਚੀਜ਼ਾਂ ਜੋ ਕਿ ਭਾਰਤ ਤੇ ਪਾਕਿਸਤਾਨ 'ਚ ਨਹੀਂ ਹੋ ਪਾਈਆਂ। ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਮਈ ਦੇ ਮਹੀਨੇ ਤੋਂ ਬਾਅਦ, ਕਿੱਡੀ ਵੱਡੀ ਲੈਵਲ ਤੇ ਗਫਲਤ ਤੇ ਪੂਰੀ ਦੀ ਪੂਰੀ ਲੜਾਈ ਸੋਸ਼ਲ ਮੀਡੀਆ ਉੱਤੇ ਲੜੀ ਗਈ। ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਪਾਕਿਸਤਾਨ ਦੇ ਵਿੱਚ ਸ਼ਾਇਦ ਇਮਰਾਨ ਖਾਨ ਦਾ ਜਿਉਂਦਾ ਬਚਣਾ ਵੀ ਔਖਾ ਸੀ, ਜੋ ਉਹਨਾਂ ਦਾ ਟਰੈਕ ਰਿਕਾਰਡ ਹੈ ਹਿਸਟੋਰੀਕਲੀ। ਐਂਡ ਸੇਮ ਇਨ ਇੰਡੀਆ। ਇੰਡੀਆ ਦੇ ਵਿੱਚ ਅੱਜ ਤੋਂ 2-2.5-3 ਸਾਲ ਪਹਿਲਾਂ ਜਦੋਂ ਰੈਗੂਲੇਸ਼ਨਸ ਲਿਆਉਣ ਦੀਆਂ ਕੋਸ਼ਿਸ਼ਾਂ ਹੋਈਆਂ
ਤੇ ਉਹ ਹਾਹਾਕਾਰ ਮਚ ਗਈ, ਲੋਕਾਂ ਨੇ ਬਹੁਤ ਜ਼ਿਆਦਾ ਇਤਰਾਜ਼ ਕੀਤੇ। ਲੋਕਾਂ ਨੇ ਕਿਹਾ ਜੀ ਸਰਕਾਰ ਨਹੀਂ ਮੀਡੀਆ ਨੂੰ ਕੰਟਰੋਲ ਕਰ ਸਕਦੀ। ਸੋ ਜਿਹੜੇ ਵੀ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰਦੀਆਂ ਨੇ ਸਰਕਾਰਾਂ, ਉਹਦਾ ਮਕਸਦ ਇਹ ਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਦੀ ਜਿਹੜੀ ਸ਼ਕਤੀ ਹੈ, ਤਾਕਤ ਹੈ, ਉਸ ਨੂੰ ਤੁਸੀਂ ਘਟਾਓ। ਤੇ ਆਈ ਥਿੰਕ ਕੈਨੇਡਾ ਵਰਗੇ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਇਹ ਹੋ ਰਿਹਾ ਹੈ। ਤੇ ਸਿਰਫ ਇਸ ਦੇ ਨਾਂ ਦੇ ਉੱਤੇ ਹੋ ਰਿਹਾ ਕਿ ਜੀ ਨਿਊਜ਼ ਸੰਸਥਾਨਾਂ ਦੀ ਜਿਹੜੀ ਇਨਕਮ ਹੈ, ਉਹਨਾਂ ਦੇ ਰੈਵਨਿਊ ਇਹ ਮੈਟਾ ਜਿਹੜੇ ਪਲੇਟਫਾਰਮਸ ਸਾਂਝਾ ਨਹੀਂ ਕਰ ਰਹੇ। ਸੋ ਉਸ ਆੜ ਦੇ ਵਿੱਚ ਇੱਕ ਸੈਂਸਰਸ਼ਿਪ ਵਰਚੁਅਲੀ ਅੱਜ ਤੁਸੀਂ ਦੇਖ ਰਹੇ ਹੋ, ਯੂ ਹੈਵ ਸੀਨ, ਤੁਸੀਂ ਜਾਣਕਾਰੀ ਦਿੱਤੀ भी, तो ਤੁਹਾਡੇ स्मार्टफोन मोबाइल में काम नहीं कर रहा था, मैं रेड एफएम के वीडियोस देखने की कोशिश कर रहा था, रील्स इंस्टाग्राम में जाके वहाँ दिखाया जा रहा है कि भाई एज पर जो भी उनका मैसेज है कि कैनेडियन न्यूज़ कंटेंट इज़ नॉट विजिबल, तो हमारा एक्सेस तो ख़त्म ही हो गया है। अगर न्यूज़ देखना चाहेंगे तो अब मुझे गूगल पे जाना पड़ेगा या इंटरनेट के उन वेबसाइट्स पे जाना पड़ेगा। अब मैं फेसबुक में कम से कम या फिर इंस्टाग्राम पे अब मैं न्यूज़ एक्सेस नहीं कर सकता। गूगल पे भी बंद हो जाएगा, क्योंकि गूगल ने भी ऐलान करता है। गूगल ने की अनाउंसमेंट किया ਸੀ, ਅੱਜ ਤੋਂ आई थिंक ਮਹੀਨਾ ਹੋ ਗਿਆ। ਸੋ ਗੂਗਲ ਨੇ ਕਿਹਾ ਸੀ ਕਿ ਅਸੀਂ ਆਪਣੇ ਜਿੰਨਾ ਸਰਚ ਇੰਜਨਸ ਹੈ ਗੂਗਲ ਦਾ, ਉੱਥੋਂ ਅਸੀਂ ਸਾਰੀ ਕੈਨੇਡੀਅਨ ਨਿਊਜ਼ ਹਟਾ ਦਾਂਗੇ, ਬਿਕੋਜ਼ ਗੂਗਲ ਦੇ ਨਾਲ ਵੀ ਸੇਮ ਪ੍ਰੋਬਲਮ ਹੈ। ਸੋ ਪੁਆਇੰਟ ਇਹ ਹੈ ਕਿ ਜਸਟਿਨ ਟਰੂਡੋ ਜਾਂ ਲਿਬਰਲ ਗਵਰਨਮੈਂਟ ਕਿਹੜੇ ਇਰਾਦੇ ਦੇ ਨਾਲ ਇਹ ਕਾਨੂੰਨ ਲੈ ਕੇ ਆਈ, ਇਹਦਾ ਬੜਾ ਵਿਰੋਧ ਹੋਇਆ। ਇੱਥੋਂ ਦੀ ਜਿਹੜੀ ਮੇਨ ਵਿਰੋਧੀ ਧਿਰ ਹੈ ਕੰਜ਼ਰਵੇਟਿਵ ਪਾਰਟੀ, ਉਸਨੇ ਬਹੁਤ ਜ਼ਿਆਦਾ ਮੁਖਾਲਫਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਸੈਂਸਰਸ਼ਿਪ ਲੱਗ ਰਹੀ ਹੈ, ਲੇਕਿਨ ਪਾਰਲੀਮੈਂਟ ਦੇ ਵਿੱਚ ਫਿਰ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਪਾਸ ਕਰਤਾ। ਹੁਣ ਇੱਥੇ ਇੱਕ ਬੜਾ ਵੱਡਾ ਕੁਐਸਚਨ ਹੈ ਵੀ ਕਿਹੜੇ ਨਿਊਜ਼ ਆਰਗੇਨਾਈਜੇਸ਼ਨਸ, ਕਿਹੜੇ ਅਦਾਰੇ ਨੇ ਜਿਨ੍ਹਾਂ ਦਾ ਰੈਵਨਿਊ ਖੋਇਆ ਗਿਆ ਉਹਨਾਂ ਤੋਂ ਜਾਂ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ। ਇਹ ਬੜਾ ਵੱਡਾ ਕੁਐਸਚਨ ਹੈ। ਇਹਨਾਂ ਨੇ ਕਹਿਤਾ ਕਿ 350 ਮਿਲੀਅਨ ਜਾਂ 300 ਮਿਲੀਅਨ ਡਾਲਰ ਹੈਗੇ ਨੇ ਜਿਹੜੇ ਤੁਸੀਂ, ਯਾਨੀ ਕਿ ਫੇਸਬੁੱਕ ਜਾਂ ਅਜਿਹੇ ਸੋਸ਼ਲ ਮੀਡੀਆ ਜਾਇੰਟਸ 300 ਮਿਲੀਅਨ ਡਾਲਰ ਇਹ ਸ਼ੇਅਰ ਨਹੀਂ ਕਰਦੇ। ਉਹ ਸਮਝਦਾ ਆਵੇ ਵੀ ਕਿਹੜੇ ਆਰਗੇਨਾਈਜੇਸ਼ਨਸ ਦੇ। ਜੋ ਮੇਰੀ ਸਮਝ ਹੈਗੀ ਇਸ ਪੂਰੀ ਦੀ ਪੂਰੀ, ਜਿੰਨਾ ਕੁ ਮੈਂ ਸਮਝ ਪਾਇਆ, ਇਹ ਜਿਹੜੇ ਵੱਡੇ ਆਰਗੇਨਾਈਜੇਸ਼ਨਸ, ਵੈਲ ਐਸਟੈਬਲਿਸ਼ ਆਰਗੇਨਾਈਜੇਸ਼ਨਸ ਨੇ, ਕਿਤੇ ਨਾ ਕਿਤੇ ਇਹ ਉਹਨਾਂ ਦੀ ਹੈਲਪ ਕਰਨ ਲਈ ਇਹ ਸਭ ਕੁਝ ਹੋਇਆ ਹੈ, ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਇੱਥੋਂ ਦੇ ਟੀਵੀ ਸਟੇਸ਼ਨਸ ਨੇ, ਪਬਲੀਕੇਸ਼ਨਸ ਹੋਣਗੇ, ਅਖਬਾਰ ਹੋਣਗੇ, ਰਸਾਲੇ ਹੋਣਗੇ। ਸੋ ਕਿਉਂਕਿ ਇੱਕ ਅਧਿਕਾਰ ਜਿਹੜਾ ਸੀਗਾ, ਆਪਾਂ ਜਿਹਨੂੰ ਕਹਿੰਦੇ ਨੇ ਕਿ ਵੱਡਾ ਇੱਕ, ਜਿਵੇਂ ਭਾਰਤ ਦੇ ਵਿੱਚ ਇੱਕ ਟਰਮ ਆਪਾਂ ਯੂਜ਼ ਕਰਦੇ ਗੋਦੀ ਮੀਡੀਆ, ਉਹ ਕਿਹੜਾ ਮੀਡੀਆ ਹੈ? ਉਹ ਉਹੀ ਮੀਡੀਆ ਜਿਹੜਾ ਬਹੁਤ ਆਰਗੇਨਾਈਜ਼ਡ ਮੀਡੀਆ ਹੁੰਦਾ ਹੈ, ਜਿਹੜਾ ਬੜਾ ਸ਼ਕਤੀਸ਼ਾਲੀ ਮੀਡੀਆ ਹੈ, ਜੋ ਕਿ ਸਰਕਾਰ ਜਿਸ ਨੂੰ ਮੈਨੀਪੂਲੇਟ ਕਰ ਸਕਦੀ ਹੈ। ਸੋ ਇੱਥੇ ਵੀ ਤਕਰੀਬਨ ਉਹੀ ਸਥਿਤੀ ਹੈਗੀ। ਆਪਾਂ ਬੇਸ਼ੱਕ ਆਪ ਜਿੰਨੀ ਮਰਜ਼ੀ ਗੱਲ ਕਰੀਏ, ਲੇਕਿਨ ਆ ਜਿਹੜਾ ਲੇਟੈਸਟ ਐਗਜ਼ਾਮਪਲ ਹੈ, ਇਹ ਕੋਈ ਛੋਟਾ ਗੱਲ ਨਹੀਂ ਹੋਈ ਹੈ ਜੋ ਕੈਨੇਡਾ ਦੇ ਵਿੱਚ ਹੋਇਆ। ਤੇ ਮੈਨੂੰ ਤਾਂ ਇਹ ਲੱਗਦਾ ਕਿ ਜੇ ਭਾਰਤ ਸਰਕਾਰ ਨੂੰ ਇਹ ਮਾਡਲ ਦਿਸ ਗਿਆ ਤੇ ਤੁਸੀਂ ਇੰਡੀਆ ਦੇ ਵਿੱਚ ਵੀ ਇਹ ਕੁਝ ਹੋ ਜਾਣਾ। ਤੇ ਇਮੈਜਿਨ ਦ ਰੈਪਰਕਸ਼ਨਸ, ਜੋ ਇੰਪਲੀਕੇਸ਼ਨ ਅੱਜ ਅਸੀਂ ਜਿਹੜੇ ਵੀ ਲੋਕ ਇਸ ਪ੍ਰਸਾਰਣ ਨੂੰ ਦੇਖ ਰਹੇ, ਮੈਨੂੰ ਲੱਗਦਾ ਨਹੀਂ ਕੈਨੇਡਾ 'ਚ ਕਿੰਨੇ ਲੋਕ ਦੇਖ ਪਾ ਰਹੇ ਸਾਨੂੰ, ਬਟ ਇੰਡੀਆ ਦੇ ਵਿੱਚ ਬਹੁਤ ਲੋਕ ਦੇਖ ਪਾ ਰਹੇ ਨੇ, ਦੁਨੀਆ ਭਰ ਦੇ ਹੋਰ ਲੋਕ ਦੇਖ ਪਾ ਰਹੇ ਹੋਣਗੇ। ਸੋ ਜਿਹੜੇ ਵੀ ਲੋਕ ਦੇਖ ਪਾ ਰਹੇ ਨੇ, ਦੇ ਮਸਟ ਬੀ ਉਹ ਸਮਝਣ ਕਿ ਕਿੱਡੀ ਵੱਡੀ ਗੱਲ ਹੋਈ ਹੈ। ਸੋ ਇਹ ਤਾਂ ਮੈਨੂੰ ਲੱਗਦਾ, आई थिंक ऑस्ट्रेलिया इज द ओनली कंट्री, इफ यू कैन टेल कि ऑस्ट्रेलिया में ये डील हो गया था, लेकिन वहाँ पे फ़र्क ये है कि कानून तो पास हो गया, लेकिन उसको सरकार ने इम्प्लीमेंट नहीं किया, क्योंकि इतनी मुखालफत हुई। उसके बाद जो है फेसबुक ने जैसे यहाँ पे किया है वैसा ही उन लोगों ने कोशिश की थी, लेकिन उसमें थोड़ा एक स्टेप आगे चले गए कि इमरजेंसी अलर्ट्स तक बंद कर दिए गए, जिस वजह से जो है जब बुश फायर्स हुए या उस टाइम पे कोई इमरजेंसी हुई ऑस्ट्रेलिया में, तो वो न्यूज़ लोगों तक नहीं पहुंच रहा था। तो इस बार उन लोगों ने थोड़ा सा अमेंड किया है अपने पोजीशन को। लेकिन जो यहाँ पे जो आर्गुमेंट बनता है वो ये है कि कनाडा में एक सर्वे के मुताबिक 69% लोग अपना न्यूज़ कंजम्पशन इंटरनेट के ज़रिए करते हैं। नंबर 2 पे है टेलीविज़न, जो 49% लोग टेलीविज़न में न्यूज़ देखते हैं, लेकिन 45% लोग कनाडा में सोशल मीडिया के ज़रिए अपना न्यूज़ कंज्यूम करते हैं, यानी मेटा प्लेटफॉर्म्स हो, ट्विटर हो, इनके ज़रिए आपका न्यूज़ आ रहा है। तो आज जो हम देख रहे हैं, और ये सिर्फ हमारे में हुआ है ऐसा नहीं है, जितने भी हमने देखे बाकी ऑर्गेनाइजेशंस के भी, किसी के भी इंस्टाग्राम या फेसबुक पे कम से कम मोबाइल फ़ोन के ज़रिए हम देख नहीं पा रहे थे। डेस्कटॉप में हालांकि फेसबुक अभी भी चल रहा था जब मैंने, आई थिंक इट्स अ मैटर ऑफ टाइम। हाँ, इट्स अ मैटर ऑफ टाइम। इट्स अ मैटर ऑफ कुछ महीने बाद, 6 महीने का टाइम दिया है मेटा ने। बोला कि भाई क्योंकि जून 22 को ये कानून अप्रूव हुआ, उसके बाद उन्होंने कहा कि भाई धीरे धीरे अगले 6 महीनों में जो है, और इस साल के आखिर तक मेटा कंप्लीटली विड्रॉ कर जाएगा न्यूज़ से कनाडा में, ये ऐसा उन्होंने कहा है। इससे ये एक सवाल यहाँ पे बनता है, और मैं चाहूँगा कि आप इस पर थोड़ी सी रोशनी डालें
कि 45% जो लोग हैं जो फेसबुक के ज़रिए न्यूज़ अपना देख रहे थे, सोशल मीडिया के ज़रिए। इसमें मैं अपनी माँ को भी गिनता हूँ, और ऐसे बहुत लोग सीनियर सिटीजन्स हैं जिनके पास शायद बहुत एडवांस टेक्निकल स्किल्स नहीं है कि वेबसाइट खोल नहीं सकते। सीबीसी का वेबसाइट मेरी माँ शायद खोल नहीं पाएंगी, लेकिन वो अपने फेसबुक फीड में स्क्रॉल करके वो देख ज़रूर सकती हैं कि कौन सा न्यूज़ आउटलेट का क्या न्यूज़ आया है। इससे वो वेल इन्फॉर्म थी। ये एक जो सेगमेंट है, क्या ये कंप्लीटली कट ऑफ हो जा सकता है न्यूज़ से? और फिर आसान हो जाएगा किसी भी जो है मैनिपुलेटिव ताकत के लिए, गवर्नमेंट हो चाहे कोई और हो, कि जो अपने हिसाब से वो न्यूज़ चाहती है वही सिर्फ जाए, बाकी फीड ढूंढने के लिए आपको मेहनत करनी पड़ेगी, जिस हिसाब से शायद आपके पास स्किल्स नहीं है। बिल्कुल यही होगा। हाँ, ये चीज़ होएगी, यही होने जा रहा है। ਕਿਉਂਕਿ ਤੁਸੀਂ ਇਹ ਦੇਸੋ ਸੋਚੋ ਕਿ ਸੋਸ਼ਲ ਮੀਡੀਆ ਨੇ ਤਾਕਤ ਕਿਸ ਨੂੰ ਦਿੱਤੀ। ਸੋਸ਼ਲ ਮੀਡੀਆ ਨੇ ਤਾਕਤ ਦਿੱਤੀ ਇੱਕ ਅਜਿਹੇ ਪਲੇਅਰ ਨੂੰ, ਇੱਕ ਅਜਿਹੇ ਕੰਟੈਂਟ ਮੇਕਰ ਨੂੰ, ਇੱਕ ਅਜਿਹੇ ਪੱਤਰਕਾਰ ਨੂੰ ਜਿਹਦੇ ਕੋਲ ਕੋਈ ਜੇ ਨੌਕਰੀ ਨਹੀਂ ਹੈ, ਉਹਦੇ ਕੋਲ ਕੋਈ ਬਹੁਤ ਵੱਡਾ ਅਦਾਰਾ ਨਹੀਂ ਹੈ, ਉਹਦੇ ਕੋਲ ਕੋਈ ਬਹੁਤ ਚੰਗੀ ਆਰਗੇਨਾਈਜੇਸ਼ਨ ਦੇ ਵਿੱਚ ਕਿੰਨੇ ਕੁ ਲੋਕ ਕੰਮ ਕਰ ਸਕਦੇ ਨੇ, ਰਾਈਟ। ਸੋ ਇਸਨੇ ਇੱਕ ਆਲਟਰਨੇਟ ਇੱਕ ਸਟਰੀਮ ਦਿੱਤੀ ਬਹੁਤ ਸੇ ਲੋਕਾਂ ਨੂੰ, ਬਹੁਤ ਸੇ ਪ੍ਰੋਫੈਸ਼ਨਲ ਨੂੰ। ਹੁਣ ਇੰਡੀਆ ਦੇ ਵਿੱਚ ਇੱਕ ਓਵਰਵੈਲਮਿੰਗ ਡਿਪੈਂਡੈਂਸ ਹੈਗੀ ਹੈ, ਇੱਕ ਅਜਿਹਾ ਆਰਗੇਨਾਈਜ਼ਡ ਮੀਡੀਆ ਜਿਸ ਨੂੰ ਸਰਕਾਰ ਮੈਨੀਪੂਲੇਟ ਕਰ ਸਕਦੀ ਹੈ। ਹਾਂ, ਉਹ ਹਰ ਕੰਟਰੀ ਦੇ ਵਿੱਚ ਹੈ। ਹੁਣ ਆਪਾਂ ਭਾਰਤ ਦਾ ਜ਼ਿਕਰ ਨਾ ਕਰੀਏ ਕਿਉਂਕਿ ਅੱਜ ਤੱਕ ਕੈਨੇਡਾ ਨੇ ਭਾਰਤ ਨੂੰ ਬੀਟ ਕਰਤਾ ਹੈ, ਉਸ ਐਂਗਲ ਤੋਂ ਕੈਨੇਡਾ ਹੈਜ਼ ਸਰਪਾਸਡ, ਕਿਉਂਕਿ ਰਿਸਟ੍ਰਿਕਸ਼ਨ ਲੱਗ ਜਾਂਦੀ ਹੈ। ਇਟ ਇਜ਼ ਵਰਚੁਅਲੀ ਸੈਂਸਰਸ਼ਿਪ। ਹੁਣ ਜੇ ਸੈਂਸਰਸ਼ਿਪ ਹੋ ਗਈ, ਹੁਣ ਇੱਥੇ ਹੋ ਕੀ ਰਿਹਾ? ਇੱਥੇ ਵੀ ਇੱਕ ਦੂਸਰਾ ਨੈਰੇਟਿਵ ਹੈਗਾ। ਇੱਕ ਪਾਸੇ ਤਾਂ ਸਰਕਾਰ ਨੇ ਕਿਹਾ ਜੀ ਇਹ ਵੱਡੇ ਮਨਮਾਨੀ ਕਰਦੇ ਨੇ, ਫੇਸਬੁੱਕ ਮਨਮਾਨੀ ਕਰਦਾ, ਗੂਗਲ ਮਨਮਾਨੀ ਕਰਦਾ। ਅੱਜ ਵੀ ਕਈ ਜਿਹੜੇ ਕੈਨੇਡੀਅਨ ਆਰਗੇਨਾਈਜੇਸ਼ਨਸ ਨੇ, ਜਿਨ੍ਹਾਂ ਵਿੱਚ ਕੈਨੇਡੀਅਨ ਨਿਊਜ਼ ਹੈ ਜਾਂ CBC ਹੈ, ਬ੍ਰੌਡਕਾਸਟਰਸ ਐਸੋਸੀਏਸ਼ਨ ਹੈ, ਉਹਨਾਂ ਨੇ ਇੱਕ ਕੰਪੀਟੀਸ਼ਨ ਬਿਊਰੋ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਇੱਕ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਜੀ ਕਿ ਇਹ ਫੇਸਬੁੱਕ ਮਨਮਾਨੀ ਕਰਦਾ ਪਿਆ, ਤੁਸੀਂ ਆਪਣੀ ਪ੍ਰੋਸੀਕਿਊਟੋਰੀਅਲ ਪਾਵਰਸ ਦੀ ਵਰਤੋਂ ਕਰਕੇ ਫੇਸਬੁੱਕ ਨੂੰ ਰੋਕੋ ਤਾਂ ਕਿ ਉਹ ਬਲੌਕ ਨਾ ਕਰੇ, ਨਿਊਜ਼ ਕੰਟੈਂਟ ਨੂੰ ਬਲੌਕ ਨਾ ਕਰੇ, ਫੇਸਬੁੱਕ ਮਨਮਾਨੀ ਕਰਦਾ ਪਿਆ। ਹੁਣ ਤੁਸੀਂ ਦੇਖੋ ਵੀ ਕਿੰਨਾ ਮਤਲਬ ਗਲਤ ਨੈਰੇਟਿਵ ਹੈ। ਫੇਸਬੁੱਕ ਮਨਮਾਨੀ ਕਰਦਾ ਪਿਆ ਜਾਂ ਸਰਕਾਰ ਨੇ ਮਨਮਾਨੀ ਕੀਤੀ ਹੈ? ਬੜਾ ਵੱਡਾ ਸਿੰਪਲ ਕੁਐਸਚਨ ਹੈ ਕਿ ਫੇਸਬੁੱਕ ਦੀ ਮਨਮਾਨੀ ਕਿਵੇਂ ਹੋਗੀ? ਉਹ ਇੱਕ ਬਿਜ਼ਨਸ ਮਾਡਲ ਲੈ ਕੇ ਆਇਆ, ਉਸ ਨੂੰ ਤੁਸੀਂ ਇੱਕ ਸਰਟਨ ਸਿਚੁਏਸ਼ਨ ਦਿੱਤੀ ਕਿ ਤੁਸੀਂ ਰੈਵਨਿਊ ਸ਼ੇਅਰ ਕਰੋ। ਉਸਨੇ ਕਿਹਾ ਵੀ ਮੈਨੂੰ ਇਹ ਵਾਰਾ ਨਹੀਂ ਖਾਂਦਾ, ਮੇਰੇ ਲਈ ਕੰਪੈਟੀਟਿਵ ਨਹੀਂ ਹੈ, ਮੈਂ ਨਿਊਜ਼ ਦੀ ਮਾਰਕੀਟ 'ਚ ਚਲਾ ਜਾਂਦਾ। ਹੁਣ ਤੁਹਾਨੂੰ ਉਸ ਚੀਜ਼ ਤੇ ਇਤਰਾਜ਼ ਹੈ ਕਿ ਵੀ ਪਹਿਲਾਂ ਤਾਂ ਫੇਸਬੁੱਕ ਜਦੋਂ ਨਿਊਜ਼ ਦੇ ਰਿਹਾ ਸੀ ਜਾਂ ਆਪਣੇ ਲਿੰਕ ਸ਼ੇਅਰ ਕਰ ਰਿਹਾ ਸੀ, ਤੁਹਾਨੂੰ ਉਸ ਤੇ ਇਤਰਾਜ਼ ਸੀ ਵੀ ਤੁਸੀਂ ਪੈਸੇ ਨਹੀਂ ਦਿੰਦੇ। ਹੁਣ ਉਹ ਕਹਿੰਦਾ ਬੋਲਾ ਕਿ ਹਮ ਤਾਂ ਆਪਕੋ ਐਮਪਲੀਫਾਈ ਕਰ ਰਹੇ ਹਾਂ, ਆਪਕਾ ਰੀਚ ਹਮ ਐਮਪਲੀਫਾਈ ਕਰ ਰਹੇ ਹਾਂ, ਬਤਾ ਰਹੇ ਸੀ ਕਿ ਬਤਾ ਰਹੇ। ਉਹਨੇ ਹੁਣ ਜਦੋਂ ਬੰਦ ਕਰਤਾ ਕਰਨਾ, ਹੁਣ ਤੁਸੀਂ ਕਹਿ ਰਹੇ ਜੀ ਬਲੌਕ ਕਿਉਂ ਕਰ ਰਹੇ? ਯਾਨੀ ਕਿ ਚਿੱਤ ਵੀ ਮੇਰੀ ਤੇ ਪੱਟ ਵੀ ਮੇਰੀ। And this is what mainstream Canadian media and ਮੈਂ ਕਹਾਂਗਾ ਜਿਹੜੀਆਂ the powers that be, ਜਿਹੜੀ ਇੱਥੇ ਦੀ ਸਰਕਾਰਾਂ ਹੈਗੀਆਂ ਨੇ। ਹੁਣ ਤੁਸੀਂ ਫੇਸਬੁੱਕ ਤੇ ਸਰਕਾਰ ਦਾ ਰੈਵਨਿਊ ਬੰਦ ਕਰਤਾ, ਟਰੂਡੋ ਗਵਰਨਮੈਂਟ ਕਹਿੰਦੇ ਸੀ ਫੇਸਬੁੱਕ ਤੇ ਐਡਵਰਟਾਈਜ਼ ਨਹੀਂ ਕਰਨਾ, ਉਹਨਾਂ ਦੀ ਦੇਖੋ ਦੇਖੀ 3-4 ਪ੍ਰੋਵਿੰਸਸ ਨੇ ਵੀ ਕਰਤਾ, ਠੀਕ ਹੈ ਨਾ। ਠੀਕ ਹੈ, ਚਲੋ ਫੇਸਬੁੱਕ ਨੂੰ ਕੋਈ ਫਰਕ ਨਹੀਂ ਪੈਂਦਾ, ਫੇਸਬੁੱਕ ਕਹਿੰਦਾ ਮੇਰੇ ਕੋਲ ਤਾਂ ਹੋਰ ਬੜੀ ਵੱਡੀ ਮਾਰਕੀਟ ਹੈ। ਕੱਲ ਨੂੰ ਤੁਸੀਂ ਕਹੋਗੇ ਜੇ ਫੇਸਬੁੱਕ ਦੀ ਮਨਮਾਨੀ ਹੈ, ਤੁਸੀਂ ਫੇਸਬੁੱਕ ਨੂੰ ਪੂਰੇ ਕੈਨੇਡਾ 'ਚੋਂ ਬੈਨ ਕਰ ਦੋਗੇ। ਲੇਕਿਨ ਗੱਲ ਤੁਰ ਕਿੱਧਰ ਨੂੰ ਪਈ ਹੈ? ਇਹ ਚੀਜ਼ ਤੁਸੀਂ ਇੰਡੀਆ 'ਚ ਕਰਕੇ ਦਿਖਾ ਦਿਓ। ਤੁਸੀਂ ਪਾਕਿਸਤਾਨ 'ਚ, ਮੈਂ ਕਹਿ ਰਿਹਾ ਪਾਕਿਸਤਾਨ 'ਚ ਨਹੀਂ ਹੋਇਆ ਚੀਜ਼, ਇੰਡੀਆ 'ਚ ਨਹੀਂ ਹੋ ਰਹੀ ਹੈ, ਹੁਣ ਨਹੀਂ ਦਿੱਤੀ ਜਾ ਰਹੀ ਹੈ, ਕਿਉਂਕਿ ਜਿਹੜੇ ਵੀ ਜਮਹੂਰੀਅਤ ਪਸੰਦ ਹੈ, ਡੈਮੋਕ੍ਰੇਸੀ ਪਸੰਦ ਲੋਕ ਨੇ, ਉਹ ਸਮਝਦੇ ਨੇ ਫੇਸਬੁੱਕ ਤੋਂ ਸਾਨੂੰ ਤੁਹਾਨੂੰ ਕੀ ਪ੍ਰੋਬਲਮ ਹੈ। ਕਿਸੇ ਇੱਥੇ ਕੋਈ ਕੰਟੈਂਟ ਮੇਕਰ, ਕਿਸੇ ਐਸੇ ਨਿਊਜ਼ ਐਸਟੈਬਲਿਸ਼ਮੈਂਟ ਨੇ ਕਦੇ ਕੋਈ ਸ਼ਿਕਾਇਤ ਲੈ ਕੇ ਨਹੀਂ ਗਏ ਕਿ ਫੇਸਬੁੱਕ ਸਾਡੇ ਨਾਲ ਮਨਮਾਨੀ ਕਰਦਾ ਹੈ, ਗੂਗਲ ਮੇਰੇ ਨਾਲ ਮਨਮਾਨੀ ਕਰਦਾ ਹੈ, YouTube ਮੇਰੇ ਨਾਲ ਮਨਮਾਨੀ ਕਰਦਾ, ਐਸਾ ਕੋਈ ਗੱਲਬਾਤ ਨਹੀਂ ਹੈ। ਇੱਕ ਸਰਕਾਰ ਇੱਕ ਨੋਸ਼ਨ ਲੈ ਕੇ ਇੱਕ ਅੰਕੜਾ ਲਿਆਂਦੀ ਹੈ ਕਿ $300 ਮਿਲੀਅਨ ਹੈ ਜੀ ਫੇਸਬੁੱਕ ਇਹਨਾਂ ਨੂੰ ਦੇ, ਵੀ ਮੰਗਣ ਵਾਲੇ ਕੌਣ ਨੇ? ਕਿਹੜੇ ਨਿਊਜ਼ ਅਦਾਰੇ ਕਹਿ ਰਹੇ ਨੇ ਵੀ ਸਾਨੂੰ ਦਿਓ? ਪ੍ਰੋਬਲਮ ਤਾਂ ਹੋ ਜਾਂਦੀ ਹੈ ਨਾ ਜਦੋਂ ਟਵਿੱਟਰ ਵਰਗੇ ਪਲੇਟਫਾਰਮ ਐਡੇ ਸ਼ਕਤੀਸ਼ਾਲੀ ਪਲੇਟਫਾਰਮ ਹੋ ਗਏ ਕਿ ਆ ਜਿਹੜੇ ਤੁਹਾਡੇ CBC ਵਰਗੇ ਜਿਹੜੀਆਂ ਆਰਗੇਨਾਈਜੇਸ਼ਨ ਸੀ, ਇਹਨਾਂ ਦੀ ਪਛਾਣ ਟਵਿੱਟਰ ਨੇ ਫਾਈਨਲ ਕੀਤੀ ਜਦੋਂ ਇਹਨਾਂ ਨੂੰ ਇਹ ਰੌਲਾ ਪਿਆ ਸੀ ਪੀਅਰ ਪੋਲੀਏਵ ਦੇ ਨਾਲ। ਤੇ CBC ਕਹਿੰਦੇ ਜੀ ਕਿ ਅਸੀਂ ਤਾਂ 70% ਗਵਰਨਮੈਂਟ ਫੰਡਡ ਹੈ। ਟਵਿੱਟਰ ਨੇ ਇਹਨਾਂ ਦੇ ਨਾਂ ਦੇ ਅੱਗੇ ਲਿਖਤਾ ਵੀ ਤੁਸੀਂ ਤਾਂ 69% ਗਵਰਨਮੈਂਟ ਸਟੇਟ ਫੰਡਡ ਜਾਂ ਗਵਰਨਮੈਂਟ ਫੰਡਡ ਮੀਡੀਆ ਹੋ। ਤਕਲੀਫ ਤਾਂ ਹੁੰਦੀ ਹੈ ਜਦੋਂ ਕਿ ਮੇਨ ਸਟਰੀਮ ਜਿਹੜਾ ਮੀਡੀਆ, ਜਿਹੜਾ ਸੋਸ਼ਲ ਮੀਡੀਆ ਦੇ ਇਹਨਾਂ ਸੋਸ਼ਲ ਮੀਡੀਆ ਇੰਟਰਮੀਡੀਏਟਰੀਜ਼ ਫੇਸਬੁੱਕ, ਟਵਿੱਟਰ ਵਗੈਰਾ, ਇਹਨਾਂ ਦੇ ਸਾਹਮਣੇ ਬੌਣੇ ਹੋ ਗਏ ਔਰ ਛੋਟੇ ਹੋ ਗਏ। ਹੁਣ ਕਹਾਣੀ ਉੱਥੋਂ ਖੜੀ ਹੁੰਦੀ ਹੈ ਜਿੱਥੋਂ ਕਿ ਮੈਨੂੰ ਲੱਗਦਾ ਪੂਰੀ ਦੀ ਪੂਰੀ ਸ਼ੁਰੂਆਤ ਹੁੰਦੀ ਹੈ, ਇਸ ਬ੍ਰੇਨ ਵੇਵ ਦੀ ਸ਼ੁਰੂਆਤ ਹੁੰਦੀ ਹੈ ਵੀ ਨਹੀਂ ਕੋਈ ਕੁਝ ਐਸਾ ਕਰੋ ਤਾਂ ਕਿ ਇਹਨਾਂ ਦੀ ਤਾਕਤ ਘਟੇ, ਇਹਨਾਂ ਨੂੰ ਰਿਸਟ੍ਰਿਕਟ ਕੀਤਾ ਜਾਏ। ਸੋ ਐਂਡ ਨਿਊਜ਼ ਇਜ਼ ਅ ਵੈਰੀ ਕ੍ਰਿਟੀਕਲ ਫੈਕਟਰ। ਇਹ ਨਿਊਜ਼ ਦੇ ਪੱਖੋਂ ਹੋਇਆ, ਹੋਰ ਫੇਸਬੁੱਕ ਤੇ ਕੋਈ ਕੰਟੈਂਟ ਕੈਨੇਡਾ 'ਚ ਬੰਦ ਨਹੀਂ ਕੀਤਾ ਗਿਆ, ਲੇਕਿਨ ਨਿਊਜ਼ ਤੇ ਓਪੀਨੀਅਨਸ ਨੇ ਤੁਹਾਡੀ ਡੈਮੋਕ੍ਰੇਸੀ ਦੀ ਇੱਕ ਵੈਲਿਊ ਸਿਸਟਮ ਨੂੰ ਸ਼ੇਪ ਕਰਨਾ ਹੁੰਦਾ ਹੈ। ਸੋ ਦੈਟ ਇਜ਼ ਵਾਈ ਇਟ ਇਜ਼ ਆਲ ਦ ਮੋਰ ਕ੍ਰਿਟੀਕਲ ਫॉर ਦ ਡੈਮੋਕ੍ਰੈਟਿਕ ਵੈਲਿਊ। ਹੋਰ ਤੁਸੀਂ ਖਾਣ ਪੀਣ ਦੇ 36 ਕਿਸਮ ਦੇ ਬਲੌਗ ਹੋਣਗੇ ਫੇਸਬੁੱਕ ਤੇ, ਸਭ ਕੁਝ ਕੰਟੀਨਿਊ ਰਹੇਗਾ, ਲੇਕਿਨ ਜਿੱਥੇ ਲੋਕਾਂ ਦੇ ਵਿਚਾਰਾਂ ਦੀ ਗੱਲ ਹੈ,
ओपिनियंस की गल है, बिल्कुल, उत्थे नाउ देयर इज अ रिस्ट्रिक्शन। यहाँ पे जैसे अब ये न्यूज़ प्लेटफॉर्म्स का, तो यहाँ पे एक दूसरा डिबेट भी इसके साथ जुड़ा हुआ है कि क्या न्यूज़ ऑर्गेनाइजेशंस जो है, जो लेगेसी मीडिया है, मेन स्ट्रीम मीडिया है, क्या इसको अब रिफॉर्म करना चाहिए ख़ुद को, या इसको गवर्नमेंट या पब्लिक फंडिंग के ज़रिए इसको चलाना चाहिए? क्योंकि जो हुआ है कि गवर्नमेंट ने कोशिश करी है 2017 के बाद से, मैं देख रहा था एक रिपोर्ट में कुछ फिगर्स भी दिए हुए थे कि मिलियंस ऑफ डॉलर्स कनेडियन गवर्नमेंट ने सब्सिडाइज करने के लिए जनरली मीडिया को इन्वेस्ट किया है, कि एक सपोर्ट मिलता रहे कि आपके न्यूज़ रूम्स चलते रहें, वो चाहे छोटा एक कोई छोटे शहर का एक न्यूज़पेपर हो, चाहे बहुत बड़ा कोई न्यूज़ ऑर्गेनाइजेशन हो। तो यहाँ पे एक सब्सिडी की मदद से बहुत दूर, तो 5 साल आपने निकाल लिया, लेकिन इसके आगे क्या? इसकी वजह से हमने ये भी देखा कि बड़े न्यूज़ ऑर्गेनाइजेशंस का मर्जर हो गया, उस वजह से लोगों की नौकरियां गई, उसको गवर्नमेंट नहीं रोक पाई, कोई गवर्नमेंट रोक नहीं पाती है कभी भी। तो इसको एक ज़रिया माना जा रहा था, और जो बड़े ऑर्गेनाइजेशन है सीबीसी वगैरह, ये भी कह रहे हैं कि भाई हमें सपोर्ट की ज़रूरत है, नहीं तो जो है इतने सारे न्यूज़ रूम के जॉब्स ख़त्म हो जाएंगे। इसीलिए फेसबुक ने भी इससे पहले कोशिश की थी कि $1 मिलियन इन्वेस्ट करके जो है कुछ न्यूज़ रूम के स्कॉलरशिप्स के तौर पे कुछ नौकरियों को बहाल रखा जाए। अब वो भी विड्रॉ हो गया है। तो क्या ये एक ज़रिया है? क्या आपको लगता है कि ये एक वाजिब एक डिमांड है कि भाई सारे कंपनीज को जो है इन्वेस्ट करते रहना चाहिए, गवर्नमेंट को भी सब्सिडाइज करते रहना चाहिए मीडिया को? बिल्कुल गलत हैगी ये पूरा मॉडल गलत है। ठीक है, स्टेट ਦਾ ਇੱਕ ਆਪਣਾ ਮੀਡੀਆ ਹੋਇਆ ਕਰਦਾ ਹੈ ਹਰ ਕੰਟਰੀ 'ਚ, ਭਾਰਤ ਦੇ ਵਿੱਚ ਪ੍ਰਸਾਰ ਭਾਰਤੀ ਹੈ, ਦੂਰਦਰਸ਼ਨ ਹੈ, ਠੀਕ ਹੈ ਨਾ। ਹੁਣ ਲੇਕਿਨ ਪ੍ਰਾਈਵੇਟ ਤੁਸੀਂ ਗਲੋਬਲ ਇਕਨੋਮੀ ਦੇ ਵਿੱਚ ਤੁਸੀਂ ਮੰਡੀ ਦੇ ਵਿੱਚ ਆਪਣੇ ਆ ਗਏ 90s ਦੇ ਵਿੱਚੋਂ ਲਿਬਰਲਾਈਜੇਸ਼ਨ ਦੇ ਵਿੱਚ ਇੰਡੀਆ ਦੀ ਮੀਡੀਆ ਆ ਗਿਆ, ਤੇ ਇੱਥੇ ਤਾਂ ਆਲਰੇਡੀ ਆਪਾਂ ਲਿਬਰਲ ਇਕਨੋਮੀ ਦੇ ਵਿੱਚ ਹੈ, ਕੈਪੀਟਲਿਸਟ ਸਿਸਟਮ ਹੈਗੇ ਨੇ, ਵੀ ਆਰ ਇਨ ਅ ਕੰਪੀਟੀਟਿਵ ਸਟੇਟ, ਸੋ ਪ੍ਰਾਈਵੇਟ ਅਦਾਰੇ ਹੈਗੇ ਨੇ। ਲੇਕਿਨ ਤੁਸੀਂ ਦੇਖੋ ਕਿ ਅੱਜ ਜਿਹੜਾ ਸੀਬੀਸੀ ਅਦਾਰਾ ਸ਼ਿਕਾਇਤ ਲੈ ਕੇ ਪਹੁੰਚਿਆ ਕੰਪੀਟੀਸ਼ਨ ਕਮਿਸ਼ਨ ਆਫ ਉਹਦੇ ਬਿਊਰੋ 'ਚ, ਉਹਨੂੰ ਤਕਲੀਫ ਕਿਸ ਚੀਜ਼ ਦੀ ਹੈ? ਉਹਨੂੰ ਤਕਲੀਫ ਕੀ ਇਹ ਹੈ, ਆਲਰੇਡੀ 70% ਫੰਡਡ ਬਾय ਦ ਗਵਰਨਮੈਂਟ। ਸੀਬੀਸੀ 70% ਉਹਦਾ ਹਰ ਸਾਲ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਨੇ ਦੇਣਾ ਹੈ, ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਣਾ ਹੈ। ਸੋ ਉਹ ਤਾਂ ਬੈਨੀਫੀਸ਼ੀਅਰੀ ਨੇ। ਅੱਜ ਉਹ ਕੰਪੀਟੀਸ਼ਨ ਬਿਊਰੋ ਆਫ ਕੈਨੇਡਾ ਕੋਲ ਕੀ ਸ਼ਿਕਾਇਤ ਲੈ ਕੇ ਪਹੁੰਚਦੇ ਨੇ, ਉਹਨਾਂ ਨੂੰ ਤਕਲੀਫ ਹੈ ਕਿ ਫੇਸਬੁੱਕ ਉਹਨਾਂ ਨੂੰ ਪੈਸਾ ਨਹੀਂ ਦੇ ਰਿਹਾ, ਯਾਨੀ ਕਿ 70% ਤੁਸੀਂ ਸਾਲਾਨਾ ਆਪਣਾ ਕੈਨੇਡਾ ਦੀ ਲਿਬਰਲ ਤੇ ਟਰੂਡੋ ਗਵਰਨਮੈਂਟ ਤੁਹਾਨੂੰ ਦੇਵੇ। ਤੁਸੀਂ ਮੋਟੀ ਸੈਲਰੀਆਂ ਤੇ ਤੁਹਾਡੇ ਸੀਈਓ ਬਿਠਾਏ ਹੋਏ ਨੇ, ਤੁਸੀਂ ਉਹਨਾਂ ਦੀ ਕੋਈ ਅਕਾਊਂਟੇਬਿਲਿਟੀ, ਤੁਹਾਨੂੰ 70% ਸਰਕਾਰ ਦੇ ਰਹੀ ਹੈ, ਫਿਰ ਵੀ ਤੁਹਾਨੂੰ ਫੇਸਬੁੱਕ ਤੋਂ ਚਾਹੀਦਾ ਹੈ। ਹੁਣ ਮੈਂ ਇਸ ਜਾਣਨਾ ਚਾਹਾਂਗਾ ਕਿ ਸਰਕਾਰ ਛੋਟੇ ਮੋਟੇ ਸਾਡੇ ਅਦਾਰੇ ਨੂੰ ਕਿੰਨਾ ਦੇ ਦਿੰਦੀ ਹੈ। ਐਗਜ਼ੈਕਟਲੀ। ਤੁਸੀਂ ਇੱਕ ਇੰਡੀਪੈਂਡੈਂਟ ਬਲੌਗਰ ਹੋ, ਤੁਸੀਂ ਇੱਕ ਇੰਡੀਪੈਂਡੈਂਟ ਆਪਣਾ ਕੰਮ ਕਰ ਰਹੇ ਹੋ, ਕਰੰਟ ਅਫੇਅਰਸ ਉੱਤੇ ਕਮੈਂਟਰੀ ਕਰਦੇ ਹੋ, ਤੁਸੀਂ ਆਪਣਾ ਫੇਸਬੁੱਕ ਚੈਨਲ ਚਲਾ ਰਹੇ ਹੋ, YouTube ਚਲਾ ਰਹੇ ਹੋ, ਤੁਹਾਨੂੰ ਕਿਹੜੀ ਸਰਕਾਰ ਕਿੰਨੀ ਫੰਡਿੰਗ ਦਿੰਦੀ ਹੈ? ਸੀਬੀਸੀ ਨੂੰ ਤਾਂ 70% ਦਿੱਤੀ ਹੋਈ ਹੈ, ਤੇ ਉਹ ਜਿਨ੍ਹਾਂ ਨੂੰ 70% ਫੰਡਿੰਗ ਦਿੱਤੀ ਹੋਈ ਹੈ ਉਹ ਅੱਜ ਕੰਪੀਟੀਸ਼ਨ ਬਿਊਰੋ ਦੇ ਵਿੱਚ ਜਾ ਕੇ ਵਿਚਾਰੇ ਬਣੇ ਹੋਏ ਨੇ, ਐਂਟੀ ਕੰਪੀਟੀਸ਼ਨ ਦਾ ਇਲਜ਼ਾਮ ਲਗਾਇਆ ਹੈ। ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਕਦੇ ਕਿਸੇ ਨੇ ਪੁੱਛਿਆ ਕਿ ਤੁਹਾਡੇ ਵਕਰ ਜਿਹੜੀ ਤੁਹਾਨੂੰ 70% ਕੈਨੇਡਾ ਦੀ ਗਵਰਨਮੈਂਟ ਨੇ ਫੰਡਿੰਗ ਦਿੱਤੀ ਹੈ, ਕਦੇ ਉਹਦੇ 'ਚ ਕੋਈ ਮੁਕਾਬਲੇਬਾਜ਼ੀ ਦੀ ਗੱਲ ਕਿਉਂ ਨਹੀਂ ਹੋਈ? ਹੋਰਾਂ ਨੂੰ ਕਿਉਂ ਨਹੀਂ 70% ਫੰਡ ਕੀਤਾ ਜਾ ਸਕਦਾ? ਰੈਡ ਐਫਐਮ ਨੂੰ ਕਿਉਂ ਨਹੀਂ 70% ਫੰਡ ਕੀਤਾ ਜਾ ਸਕਦਾ? ਪੰਜਾਬੀ ਲਿੰਕ ਨੂੰ ਕਿਉਂ ਨਹੀਂ ਫੰਡਿੰਗ ਕੀਤੀ ਜਾ ਸਕਦੀ? ਸੋ ਛੋਟੇ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਨੇ, ਉਹਨਾਂ ਨੂੰ ਤਾਂ ਸਰਕਾਰਾਂ ਕਦੇ ਫੰਡ ਨਹੀਂ ਕਰਦੀਆਂ। ਸੋ ਇਹ ਲੋਕਾਂ ਦੀ ਤਾਕਤ ਸੋਸ਼ਲ ਮੀਡੀਆ ਸੀ, ਫੇਸਬੁੱਕ ਸੀ, ਤੇ ਇਹ ਲੋਕ ਜ਼ਿਆਦਾ ਪਪੂਲਰ ਹੋ ਰਹੇ ਸੀ। ਅੱਜ ਤੁਸੀਂ ਜੇ ਗਲੋਬਲੀ ਤੁਸੀਂ ਟ੍ਰੈਂਡ ਵੇਖੋ, ਜਿੰਨੇ ਜ਼ਿਆਦਾ ਇਨਫਲੂਐਂਸਰ ਤੇ ਪਪੂਲਰ ਲੋਕ ਹੈਗੇ ਨੇ ਉਹ ਇੰਡੀਵਿਜੂਅਲਸ ਹੈਗੇ ਨੇ, ਉਹ ਵੱਡੇ ਵੱਡੇ ਅਦਾਰੇ ਇਹ ਇੱਕ ਪਾਸੇ ਖੜੇ ਨੇ, ਲਾਈਨ ਬਣਾ ਕੇ ਖੜੇ ਨੇ। ਇਹਨਾਂ ਦਾ ਹੁਣ ਜਿਹੜਾ ਫੇਜ਼ ਸੀ ਨਾ ਉਹ ਖਤਮ ਹੋ ਰਿਹਾ ਸੀ। ਸੋ ਸੋਸ਼ਲ ਮੀਡੀਆ ਨੇ ਉਹ ਤਾਕਤ ਦਿੱਤੀ, ਉਭਾਰਿਆ, ਇੱਕ ਆਲਟਰਨੇਟ ਜਿਹੜੇ ਥੰਬ ਖੜੇ ਹੋ ਗਏ, ਜਿਹੜੇ ਕਿ ਜ਼ਿਆਦਾ ਜ਼ਬਰਦਸਤ ਇਨਫਲੂਐਂਸਰਸ ਲੋਕ ਸਨ। ਸੋ ਇਹ ਲੋਕ ਇਨਸਿਕਿਉਰ ਹੋ ਗਏ, ਇਹਨਾਂ ਦੀ ਰੈਲੇਵੈਂਸ ਘਟ ਗਈ, ਤਾਂ ਕਰਕੇ ਇਹ ਲੋਕ ਅੱਜ 70% ਸਰਕਾਰ ਤੋਂ ਫੰਡ ਵੀ ਲੈਣਾ ਹੈ, ਤੇ ਫਿਰ ਕੰਪੀਟੀਸ਼ਨ ਬਿਊਰੋ 'ਚ ਆ ਕੇ ਦੁਹਾਈਆਂ ਵੀ ਪਾਣੀਆਂ ਜੀ ਕਿ ਦੇਖੋ ਸਾਡੇ ਨਾਲ ਫੇਸਬੁੱਕ ਮਾੜਾ ਕਰਦੀ ਪਈ ਹੈ। ਉਹ ਫੇਸਬੁੱਕ ਨੇ ਤਾਂ ਮੈਨੂੰ ਲੱਗਦਾ ਪਤਾ ਨਹੀਂ 70,000 ਕੰਟੈਂਟ ਕ੍ਰੀਏਟਰ ਕ੍ਰੀਏਟ ਕਰਤੇ ਹੋਣੇ, ਹੈ ਨਾ, ਫੇਸਬੁੱਕ ਨੇ ਜਾਂ YouTube ਨੇ ਜਾਂ ਇਹ ਜਿਹੜੇ ਵੀ ਸਾਡੇ ਗੂਗਲ ਵਰਗੇ ਹੈਗੇ ਨੇ, ਇਹਨਾਂ ਨੇ ਤਾਂ ਮੈਨੂੰ ਕਹਿੰਦਾ ਇੰਨੀਆਂ ਜੌਬਸ ਕ੍ਰੀਏਟ ਕੀਤਾ, ਇੰਨੇ ਲੋਕਾਂ ਨੂੰ ਜਿਹੜੇ ਉਦਮੀ ਸੀਗੇ, ਜਿਹੜੇ ਲੋਕ ਆਪਣੇ ਕਹਿੰਦੇ ਨੇ ਇਨੀਸ਼ੀਏਟਿਵ ਦੇ ਉੱਤੇ ਖੜੇ ਹੋ ਸਕਦੇ ਸੀ, ਉਹਨਾਂ ਨੂੰ ਇਹਨਾਂ ਨੇ ਇੱਕ ਸਾਧਨ ਪ੍ਰਦਾਨ ਕੀਤਾ, ਮਾਧਿਅਮ ਪ੍ਰਦਾਨ ਕੀਤਾ। ਤੁਸੀਂ ਅਜੇ ਉਹਨਾਂ ਦੀ ਤਾਕਤ ਨੂੰ ਕੱਟਿਆ ਇਸ ਆੜ ਦੇ ਵਿੱਚ ਕਿ ਜੀ ਇਨਕਮ ਸ਼ੇਅਰ ਕਰਨੀ ਹੈ। ਕਿਹੜੀ ਇਨਕਮ ਸ਼ੇਅਰ ਕਰਨੀ ਹੈ? ਐਂਡ ਇਜ਼ ਦੇਅਰ ਐਨੀ ਯੂਨੀਫਾਰਮ ਪਾਲਿਸੀ ਇਨ ਦ ਕੈਨੇਡੀਅਨ ਸਿਸਟਮ ਕਿ ਵੀ ਤੁਸੀਂ ਸਭ ਨੂੰ 70% ਕੀ ਗਵਰਨਮੈਂਟ ਫੰਡ ਕਰਦੀ ਹੈ, ਤੁਸੀਂ ਸੀਬੀਸੀ ਨੂੰ 70% ਦੇਣਾ ਹੈ। ਜਿਹੜੇ ਚੰਗੇ ਤੁਹਾਡੇ ਆਪਣੇ ਚੰਗੇ ਅਦਾਰੇ ਹੋਣਗੇ, ਜਿਨ੍ਹਾਂ ਨੂੰ ਤੁਸੀਂ ਚੰਗਾ ਮੰਨਦੇ ਹੋ, ਜਿਵੇਂ ਇੰਡੀਆ ਦੇ ਵਿੱਚ ਵੀ ਹੁੰਦਾ ਹੈ ਨਾ, ਹੁਣ ਜਿਹੜੇ ਵੱਡੇ ਵੱਡੇ ਅਦਾਰੇ ਨੇ ਉਹਨਾਂ ਨੂੰ ਕਰੋੜਾਂ ਰੁਪਇਆ
ਅਰਬਾਂ ਰੁਪਏ ਦੀ ਜਿਹੜਾ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ, ਪੂਰੇ ਇਸ਼ਤਿਹਾਰਾਂ ਦੇ ਆਸ-ਪਾਸ ਸਰਕਾਰਾਂ ਦੀ ਨੈਰੇਟਿਵ ਬਿਲਡਿੰਗ ਦੀ ਦੁਕਾਨ ਚੱਲਦੀ ਹੈ। ਪੰਜਾਬ ਦੇ ਵਿੱਚ ਜੋ ਹੁੰਦਾ ਪਿਆ ਜਾਂ ਭਾਰਤ ਦੇ ਵਿੱਚ ਜੋ ਹੁੰਦਾ ਪਿਆ, ਜਿਹੜਾ ਗੋਦੀ ਮੀਡੀਆ ਦਾ ਕਨਸੈਪਟ ਆਇਆ, ਉਹ ਚੀਜ਼ ਉਸੇ 'ਚ ਉੱਭਰਦਾ ਹੈ। ਲੇਕਿਨ ਉਹਦੇ ਪੈਰਲਲੀ ਅਲਟਰਨੇਟਿਵਲੀ ਤੁਹਾਨੂੰ YouTube ਨੇ, ਤੁਹਾਨੂੰ Google ਨੇ, ਤੁਹਾਨੂੰ Facebook ਨੇ ਇੱਕ ਪਲੇਟਫਾਰਮ ਦਿੱਤੇ, ਤੁਹਾਨੂੰ ਤਾਕਤ ਪ੍ਰਦਾਨ ਕੀਤੀ। ਕਾਮ ਵਿਅਕਤੀ ਦੀ ਤਾਕਤ ਹੈ ਉਹ। ਅੱਜ ਸਰਕਾਰਾਂ ਉਸ ਨੂੰ ਦਮਨ ਕਰਨਾ ਚਾਹ ਰਹੀਆਂ ਨੇ ਐਂਡ ਕੈਨੇਡੀਅਨ ਗਵਰਨਮੈਂਟ ਹੈਜ਼ ਲੈਡ ਦਿਸ ਫਰੰਟ। ਆਈ ਥਿੰਕ ਦਿਸ ਇਜ਼ ਮੋਸਟ ਅਨਫੋਰਚੂਨੇਟ। ਇਹ ਬੜਾ ਇੱਕ ਅਨਫੋਰਚੂਨੇਟ ਹੈ। ਤੇ ਇੱਥੋਂ ਦੀ ਜਿਹੜੀ ਅਫੀਸ਼ੀਅਲ ਪੋਜੀਸ਼ਨ ਹੈ ਕੈਨੇਡੀਅਨ ਜਿਹੜੀ ਆਪੋਜੀਸ਼ਨ ਪਾਰਟੀ ਕੰਜ਼ਰਵੇਟਿਵ ਪਾਰਟੀ, ਉਹਨਾਂ ਨੇ ਕਿਹਾ ਹੈ ਕਿ ਇਹ ਲਿਟਰਲੀ ਸੈਂਸਰਸ਼ਿਪ ਹੈ। ਪਹਿਲਾਂ ਤੋਂ ਰੌਲਾ ਪਾ ਰਹੇ ਸੀ, ਕਿਸੇ ਨੇ ਖੈਰ ਗੱਲ ਨਹੀਂ ਸੁਣੀ। ਸੋ ਉਹ ਕਹਿ ਰਹੇ ਨੇ ਕਿ ਹੁਣ ਜੇ ਸਰਕਾਰ ਬਦਲਦੀ ਹੈ ਤਾਂ ਉਹ ਇਸ ਜਿਹੜਾ ऑनलाइन एक्ट ਨੂੰ स्क्रैप करेंगे, रद्द करेंगे। लेकिन यहाँ पे घूम फिर के वही एक सवाल ज़रूर आ जा रहा है कि एक तो चलिए सेंसरशिप का आर्गुमेंट है, दूसरा ये कि क्या अब जो लेगेसी मीडिया है कि कितने न्यूज़ रूम के जॉब्स तो ख़त्म हो रहे हैं। आप चाहे सब्सिडाइज़ करें, सब्सिडाइज़ करने के बावजूद जो है 100,000 में नौकरियाँ जा रही हैं लोगों की। तो क्लियरली जो अगर $300 मिलियन अगर फेसबुक या गूगल से आ भी जाता है, तो क्या लॉन्ग टर्म बेसिस पे मीडिया इसी हिसाब से चल पाएगा? क्या आपको लग रहा है कि जैसे आपने बताया कि नए लोग आ गए हैं, नए प्लेयर्स आ गए हैं, हो सकता है ये डायमेंशन अलग हो जाए आने वाले 5-10 सालों में? तो हालांकि मीडिया का ये इकोनॉमिक आर्ग्यूमेंट है, लेकिन दूसरा जो बहुत बड़ा आर्ग्यूमेंट वो ये भी है कि यही एक ज़रिया है शायद पावर को कंट्रोल करने का, नहीं स्टेट पावर को चैलेंज करने का। तो अगर वो न्यूज़ लोगों तक पहुंच ही नहीं रही है, जैसे कि मैंने पहले पूछा था आपसे, तो फिर न्यूज़ का इम्पैक्ट भी होगा। तो क्या आपको लगता है कि ये इसके ज़रिए अगर जो लोग उम्मीद कर रहे हैं, कंपटीशन ब्यूरो में गए हैं, ये सोच रहे हैं कि भाई किसी हिसाब से जो है मेटा को मजबूर करो कि वो इसको हटाए, लेकिन चलिए टेम्पररी बेसिस पे हम मान भी लेते हैं कि इतने $1 मिलियन दे दिए तो फिर 2-3 साल का आपका निकल जाएगा, उसके बाद क्या? कि क्या मीडिया के जॉब्स बचेंगे? नहीं, ਤੁਹਾਨੂੰ ਇੱਥੇ ਥੋੜੀ ਗੱਲ ਦੇ ਵਿੱਚੋਂ ਗੱਲ ਦਾ ਜਵਾਬ ਵੀ ਹੈ। ਤੁਸੀਂ ਦੇਖੋ ਕਿ ਕਿਹੜਾ ਕੰਪੀਟੀਸ਼ਨ ਤੁਸੀਂ ਹੋਣ ਦਿੱਤਾ ਕੈਨੇਡਾ ਦੇ ਵਿੱਚ। ਤੁਸੀਂ ਜਿਹੜੀਆਂ ਇੱਥੇ ਦੀਆਂ ਸੁਪਰ ਸਟੋਰ ਰੀਟੇਲ ਚੇਨਸ ਹੈਗੀਆਂ ਨੇ, ਉਹਨਾਂ ਦੀ ਮਨਮਾਨੀ ਹੋ ਰਹੀ ਹੈ। ਪਾਰਲੀਮੈਂਟਰੀ ਕਮੇਟੀਆਂ ਬੈਠੀਆਂ, ਉਹਨਾਂ ਨੇ ਚੈੱਕ ਕੀਤਾ ਕਿ ਤੁਸੀਂ ਚੈੱਕ ਕਰੋ ਅਫੋਰਡੇਬਿਲਿਟੀ ਦਾ ਸੰਕਟ ਕਿੱਥੋਂ ਹੈ, ਤੁਹਾਡੀ ਗਰੋਸਰੀ ਦੀ ਪ੍ਰਾਈਸਿਸ ਇੰਨੀ ਉੱਤੇ ਕਿਉਂ ਗਈਆਂ ਹੋਈਆਂ ਨੇ। ਉੱਥੇ ਕੀ ਹੁਣ ਜਿਹੜੀ ਲੇਟੈਸਟ ਤਾਜ਼ਾ ਰਿਪੋਰਟ ਆਈ ਹੈ, ਸਭ ਕੁਝ ਲੱਭਣ ਤੋਂ ਬਾਅਦ ਪਾਰਲੀਮੈਂਟਰੀ ਕਮੇਟੀਆਂ ਉਹਨਾਂ ਨੇ ਕਿਹਾ ਕਿ ਜੀ ਮੁਕਾਬਲੇਬਾਜ਼ੀ ਦੀ ਲੋੜ ਹੈ, ਇੰਟਰਨੈਸ਼ਨਲ ਪਲੇਅਰਸ ਨੂੰ ਲਿਆਓ, ਹੋਰ ਪਲੇਅਰਸ ਨੂੰ ਲਿਆਓ, ਕਿਉਂਕਿ ਮਨਮਾਨੀ ਹੁੰਦੀ ਪਈ ਹੈ। ਇਹ ਪੂਰੇ ਦੇ ਪੂਰੇ ਜਿਹੜੇ ਕੈਪੀਟਲਿਸਟ ਇਕੋਨੋਮੀ ਦੇ ਜਿਹੜੇ ਮਾਡਲਸ ਨੇ, ਚਾਹੇ ਉਹ ਅਮਰੀਕਾ 'ਚ ਫੋਲੋ ਹੁੰਦਾ ਹੈ, ਕੈਨੇਡਾ ਦੇ ਵਿੱਚ ਹੈ, ਇਹਦੇ ਵਿੱਚ ਤੁਸੀਂ ਇੱਕ ਕਾਟਲਾਈਜੇਸ਼ਨ ਜਾਂ ਮੋਨੋਪੋਲਾਈਜੇਸ਼ਨ ਵਾਲੇ ਪਾਸੇ ਜਾਂਦੇ ਹੋ। ਇੱਥੇ ਰਾਈਟ ਨਾਓ ਵਾਟ ਆਈ ਸੀ ਇਜ਼ ਦੈਟ ਦਿਸ ਮੋਨੋਪੋਲਾਈਜੇਸ਼ਨ ਇਜ਼ ਹੈਪਨਿੰਗ ਔਨ ਦ ਨਿਊਜ਼ ਫਰੰਟ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਬਹੁਤ ਘੱਟ ਪਲੇਅਰ ਇੱਥੇ ਰਹਿਣ। ਤਕਲੀਫ ਇਹ ਹੋ ਰਹੀ ਹੈ ਕਿ ਇੰਨੇ ਜ਼ਿਆਦਾ ਪਲੇਅਰ ਖੜੇ ਹੋ ਜਾਣਗੇ, ਉਹ ਰੈਵਨਿਊ ਤਾਂ ਸ਼ੇਅਰ ਹੋਏਗਾ ਹੀ ਹੋਏਗਾ। ਕਿੱਥੇ ਮਾਰਕੀਟ ਦੇ ਵਿੱਚ ਹੁਣ ਮੇਰੇ ਕੋਲ 24 ਘੰਟੇ ਇਨਸਾਨ ਕੋਲ ਦਿਨ ਹੁੰਦੇ, ਇੱਕ ਦਿਨ ਦੇ ਘੰਟੇ ਹੁੰਦੇ ਨੇ, ਉਹਦੇ ਵਿੱਚ ਉਹਦੇ ਕੋਲ ਸ਼ਾਇਦ 1-2 ਘੰਟਾ ਹੋਏਗਾ ਉਹਦੇ ਕੋਲ ਆਪਣੇ ਸਮਾਰਟਫੋਨ ਤੇ ਕੰਟੈਂਟ ਕੰਜ਼ਿਊਮ ਕਰਨ ਦਾ। ਤੇ ਜੇ ਤੁਸੀਂ ਨਹੀਂ ਹੋਗੇ ਪਿਕਚਰ 'ਚ ਤਾਂ ਫਿਰ ਮੇਰੇ ਕੋਲ ਘੱਟ ਆਪਸ਼ਨ ਹੋਣਗੀਆਂ। ਜੇ ਜ਼ਿਆਦਾਤਰ ਪਲੇਅਰ ਉਸ ਫੀਲਡ 'ਚ ਉਡਾਤੇ ਜਾਣਗੇ ਤੇ ਉਸ ਤੋਂ ਬਾਅਦ ਫਿਰ ਮੈਂ ਸਰਟਨਲੀ ਵੱਡੇ ਜਿਹੜੇ ਤੁਸੀਂ ਲੈਗੇਸੀ ਮੀਡੀਆ ਕਿਹਾ ਮੈਂ ਉਹਦੇ ਕੋਲ ਜਾਵਾਂਗਾ। ਹੁਣ ਕਹਾਣੀ ਇੱਥੇ ਹੋ ਰਹੀ ਹੈ ਕਿਉਂਕਿ ਲੈਗੇਸੀ ਮੀਡੀਆ ਦੀ ਇੱਕ ਬੜਾ ਵੱਡਾ ਸ਼ੇਅਰ ਚਲਾ ਜਾਂਦਾ ਹੈ ਇੰਡੀਪੈਂਡੈਂਟ ਮੀਡੀਆ ਕੋਲ, ਜਿਹੜੇ ਸੈਲਫ ਮੇਡ ਮੀਡੀਆ ਜਿਸ ਨੂੰ ਕਹਾਂਗੇ। ਸੋ ਉਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ। ਤੁਸੀਂ ਹੁਣ ਉਸ ਪੂਰੀ ਦੀ ਪੂਰੀ ਮੁਕਾਬਲੇਬਾਜ਼ੀ ਨੂੰ, ਉਸ ਕੰਪੀਟੀਟਿਵ ਜਿਹੜਾ ਇੱਕ ਹੋਣਾ ਚਾਹੀਦਾ ਇੱਕ ਮੁਕਾਬਲਾ, ਜਿੱਥੇ ਜਿਹਨੂੰ ਹੁਣ ਕਹਿ ਰਹੇ ਨੇ ਜਾਂ ਤਾਂ ਕੰਪੀਟੀਸ਼ਨ ਬਿਊਰੋ ਕੋਲ ਹੀ ਜਾ ਰਹੇ ਨੇ, ਲੇਕਿਨ ਕੰਪੀਟੀਸ਼ਨ ਬਿਊਰੋ ਕੋਲ ਜਾ ਇਸ ਵਾਸਤੇ ਰਹੇ ਨੇ ਕਿ ਉਹ ਜਿਹੜੀ ਇੱਕ ਇਨਡਾਇਰੈਕਟ ਮੋਨੋਪੋਲਾਈਜੇਸ਼ਨ ਜਿਹੜੀ ਟੁੱਟ ਰਹੀ ਸੀ ਉਹ ਕਿਤੇ ਨਾ ਕਿਤੇ ਬਰਕਰਾਰ ਰਵੇ। ਸੋ ਇਹ ਬਹੁਤ ਹੀ ਅਜੀਬੋ-ਗਰੀਬ ਕੇਸ ਹੈ ਜਿੱਥੇ ਕਿ ਤੁਸੀਂ ਕੰਪੀਟੀਸ਼ਨ ਔਰ ਬਿਊਰੋ ਕੋਲ ਇਸ ਵਾਸਤੇ ਜਾ ਰਹੇ ਹੋ ਕਿ ਇੱਕ ਅਜਿਹੇ ਪਲੇਟਫਾਰਮ ਦੇ ਉੱਤੇ ਕਾਰਵਾਈ ਕੀਤੇ ਜਿਸ ਨੇ ਇਸ ਨਾਲ ਪ੍ਰੋਸੈਸ ਨੂੰ ਡੈਮੋਕ੍ਰੇਟਾਈਜ਼ ਕੀਤਾ, ਤੇ ਸਿਰਫ ਕਿਸ ਨਾਂ ਦੇ ਉੱਤੇ ਜੀ ਕਿ ਫੇਸਬੁੱਕ ਪੈਸੇ ਨਹੀਂ ਦੇ ਰਿਹਾ, ਫੇਸਬੁੱਕ ਰੈਵਨਿਊ ਨਹੀਂ ਸ਼ੇਅਰ ਕਰਦਾ, ਜਿਹਨੂੰ ਕਹਿੰਦੇ ਬਦਨਾਮ ਕਰ ਦੇਣਾ। ਇੰਡੀਪੈਂਡੈਂਟ ਜਿਹੜੇ ਲੋਕ ਫੇਸਬੁੱਕ ਦੇ ਉੱਤੇ ਕੰਮ ਕਰਦੇ ਨੇ, ਜਿਨ੍ਹਾਂ ਦੇ ਪੇਜ ਨੇ ਜੋ ਮੋਨੀਟਾਈਜ਼ ਕਰਦੇ ਨੇ, ਉਹਨਾਂ ਤੋਂ ਪੁੱਛ ਕੇ ਦੇਖੋ ਕਿ ਇਸ ਨੂੰ ਤਕਲੀਫ ਹੈ ਫੇਸਬੁੱਕ ਤੋਂ। ਫੇਸਬੁੱਕ ਤੁਹਾਨੂੰ ਕਿੰਨਾ ਦਿੰਦਾ, ਕਿੰਨਾ ਲੈਂਦਾ, ਉਸ ਤੋਂ ਕਿੰਨੇ ਕੁ ਲੋਕਾਂ ਨੂੰ ਤਕਲੀਫ ਹੈ? ਨੋਬਡੀ ਹੈਜ਼ ਅ ਪ੍ਰੋਬਲਮ, ਆਈ ਐਮ ਸ਼ੋਰ ਨੋਬਡੀ ਹੈਜ਼ ਅ ਪ੍ਰੋਬਲਮ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਉਹ ਪਲੇਟਫਾਰਮਸ ਹੈਗੇ ਨੇ। ਸੋ ਦੇ ਵਿਲ ਨੈਵਰ ਹੈਵ ਅ ਪ੍ਰੋਬਲਮ। ਪ੍ਰੋਬਲਮ ਤਾਂ ਸਿਰਫ ਗਵਰਨਮੈਂਟਸ ਨੂੰ ਹੁੰਦੀ ਹੈ, ਪ੍ਰੋਬਲਮ ਸਰਕਾਰਾਂ ਨੂੰ ਹੁੰਦੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮੇਨ ਐਸਾ ਮੀਡੀਆ ਜਿਹਨੂੰ ਕਿ ਆਪਣੀਆਂ ਗੋਦੀਆਂ ਵਿੱਚ ਬਿਠਾ ਸਕਦੇ ਸੀ, ਮੈਂ ਕਹਾਂਗਾ ਅੱਜ ਕੈਨੇਡੀਅਨ ਕੰਟੈਕਸਟ ਦੇ ਵਿੱਚ, ਵੀ ਜਿਹਨੂੰ ਤੁਸੀਂ ਮੈਨੀਪੂਲੇਟ ਕਰ ਸਕਦੇ ਹੋ, ਕੰਟਰੋਲ ਕਰ ਸਕਦੇ ਹੋ, ਜਾਂ ਜਿਹਦੇ ਵਿੱਚ ਡਾਇਰੈਕਟਲੀ ਤੁਸੀਂ 70% ਫੰਡਿੰਗ ਕਰਦੇ ਹੋ, ਤੇ ਫਿਰ ਉਹ ਤਾਂ ਇੱਕ ਨੋਸ਼ਨਲ ਜੀ ਗੱਲ ਰਹਿ ਗਈ ਨਾ ਕਿ ਉਹ ਇੰਡੀਪੈਂਡੈਂਟ ਮੀਡੀਆ ਹੈ। ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੋਗੀ। ਦੇ ਮੇ ਸੇ ਦੈਟ ਦੇ ਆਰ ਇੰਡੀਪੈਂਡੈਂਟ ਮੀਡੀਆ, ਬਟ ਜਿਸ ਮੀਡੀਆ ਦੇ ਵਿੱਚ 70% ਸਰਕਾਰ ਦਾ ਫੰਡ ਆ ਰਿਹਾ ਹੈ, ਉਹਨੂੰ ਤੁਸੀਂ ਇੰਡੀਪੈਂਡੈਂਟ ਮੀਡੀਆ ਕਿਵੇਂ ਕਹਿ ਦੋਗੇ? ਹਾਊ ਇਜ਼ ਇਟ ਇੰਡੀਪੈਂਡੈਂਟ? ਸੋ ਦੈਟ ਇਜ਼ ਦ ਪ੍ਰੋਬਲਮ। ਉਹ ਜਿਹੜਾ ਪੂਰਾ ਦਾ ਪੂਰਾ ਇੱਕ ਓਪਨ ਪਲੇ ਫੀਲਡ ਹੋਣਾ ਚਾਹੀਦਾ ਹੈ, ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੇ।
ਐਂਡ ਆਈ ਥਿੰਕ ਦਿਸ ਇਜ਼ ਅ ਵੈਰੀ ਬੈਡ ਐਗਜ਼ਾਮਪਲ ਤੇ ਕਿਤੇ ਇਸ ਨੂੰ ਕਿਸੇ ਹੋਰ ਇੰਡੀਆ ਵਰਗੇ ਮੁਲਕ ਦੇ ਵਿੱਚ ਇਸ ਕਿਤੇ ਤੁਹਾਡਾ ਬਿਲ C-18 ਦਾ ਮਾਡਲ ਕਿਸੇ ਨੇ ਦੇਖ ਲਿਆ ਤੇ ਫਿਰ ਤੁਸੀਂ ਸੋਚੋ ਕੀ ਕੁਝ ਹੋ ਸਕਦਾ ਹੈ। ਥੀਸ ਆਰ ਵੈਰੀ ਕ੍ਰਾਫਟੀ ਵੇ। ਲੇਕਿਨ ਮੈਨੂੰ ਇੱਥੇ ਲੱਗਦਾ ਕਿ ਇੱਥੋਂ ਦੀ ਜਿਹੜੇ ਲੋਕ ਨੇ ਇੰਨੇ ਅਵੇਅਰ ਨਹੀਂ ਸਨ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਰੌਲਾ ਪਾਇਆ ਲੇਕਿਨ ਲੋਕਾਂ ਨੂੰ ਇਸ ਚੀਜ਼ ਦਾ ਸਮਝ ਨਹੀਂ ਆ ਪਾਇਆ। ਇਨਫੈਕਟ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਇਹੋ ਜਿਹੇ ਮਾਡਲ ਘੱਟ ਹੋਣਗੇ। ਅਸੀਂ ਉਹ ਮੁਲਕਾਂ ਦਾ ਚਾਈਨਾ ਵਗੈਰਾ ਦਾ ਛੱਡਦੇ ਜਿੱਥੇ ਆਊਟਰਾਈਟਲੀ ਤੁਸੀਂ ਚੀਜ਼ਾਂ ਨੂੰ ਬੈਨ ਕਰਕੇ ਰੱਖ ਦਿਓ। ਦੇ ਆਰ ਨਾਟ ਡੈਮੋਕ੍ਰੇਸੀਜ਼। ਆਪਾਂ ਉਹਨਾਂ ਤੋਂ ਐਕਸਪੈਕਟ ਵੀ ਨਹੀਂ ਕਰਦੇ। ਲੇਕਿਨ ਜਿਹੜਾ ਮੁਲਕ ਆਪਣੇ ਆਪ ਨੂੰ ਜਮਹੂਰੀਅਤ ਕਹਿੰਦਾ ਹੈ, ਖਵਾਉਂਦਾ ਹੈ, ਲੋਕਤੰਤਰ ਖਵਾਉਂਦਾ ਹੈ, they say that we are a democracy, ਤਾਂ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਬਿਲਕੁਲ ਨਾਕਾਬਲੇ ਬਰਦਾਸ਼ਤ ਹੋਣੀਆਂ ਚਾਹੀਦੀਆਂ। ਇਨ ਦ ਨੇਮ ਆਫ $300 ਮਿਲੀਅਨ ਟੂਡੇ ਤੁਸੀਂ ਕੈਨੇਡਾ ਦੇ ਹਰ ਇੱਕ ਨਾਗਰਿਕ ਦਾ ਜਿਹੜਾ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਐਕਸੈਸ ਟੂ ਇਨਫੋਰਮੇਸ਼ਨ ਜਾਂ ਐਕਸੈਸ टू दोज कंटेंट वो आज डिनाई कर रहे हो उसको। यहाँ पे मैं एक काउंटर आर्गुमेंट दिया जाता है और बहुत लोग एथिकल ग्राउंड्स पे ये आर्गुमेंट देते हैं, वो ये कि मेटा प्लेटफॉर्म्स दुनिया का सबसे बड़ा पब्लिशर है, कि उसका रेवेन्यू बहुत है और उसने जो है वहाँ पे कोई एथिक्स नहीं दिखाया जहाँ पे उसको खुद पैसे बनाने हो। चाहे मतलब जैसे आप कैम्ब्रिज एनालिटिका जो स्कैंडल हम कुछ सालों पहले हमने देखा कि जो है पॉलिटिकल एक्टर्स को उसने कुछ इस तरह से प्लेटफॉर्म किया, नेगेटिव एक्टर्स को कि इंतशार फैलाए पूरे सोसाइटी में। ये सब आर्ग्यूमेंट्स के फेसबुक के ख़िलाफ़ दिए गए हैं और बहुत लोग ये कह रहे हैं कि आप जब एक इतने बड़े पब्लिशर खुद हैं तो आपको सिर्फ अपना रेवेन्यू नहीं देखना चाहिए, आपकी एक जिम्मेदारी भी बनती है कि आप सोसाइटी में अगर हैं तो आप इसको जमहूरियत को बरकरार रखने में आपको कोई कसर नहीं छोड़नी चाहिए। फेसबुक की बात कर रहे हैं? फेसबुक की बात कर रहा हूँ मैं। तो वो तो कर ही रहे हैं कि नहीं? उन्होंने तो की एक्सपेक्टेशन की तो मतलब जो मैं ये कह रहा हूँ जो एक काउंटर आर्ग्यूमेंट दिया जाता है तो वो लोग कहते हैं कि भाई अब बहुत हो गई मनमानी, फेसबुक और ऐसे बड़े बिग टेक जो है इसके पर काटने चाहिए कि ये मतलब है ना। ਇਹ ਕੌਣ ਕਹਿੰਦਾ? ਇਹ ਸਮਝੋ ਕੌਣ ਕਹਿੰਦਾ ਹੈ। ਇਹ ਪਰ ਉਹ ਕੱਟਣ ਨੂੰ ਕਹਿੰਦਾ ਹੈ ਜਿਹੜੀਆਂ ਅਥਾਰਟੀਜ਼ ਨੇ ਜੋ ਤਾਕਤ ਨੂੰ ਫੈਲਦਾ ਹੋਇਆ ਨਹੀਂ ਦੇਖਣਾ ਚਾਹੀਦਾ। ਸਰਟਨਲੀ ਇਹ ਜਾਇੰਟਸ ਵੱਧ ਗਏ ਨੇ ਤੇ ਲੇਕਿਨ ਮਨਮਾਨੀ ਕਿਹੜੀ ਵਧੀ? ਮਤਲਬ ਮੈਂ ਕਹਿੰਦਾ ਵੀ ਇਹ ਜਾਇੰਟ ਲੋਕਾਂ ਦੀ ਤਾਕਤ ਦੇ ਉੱਤੇ ਖੜੇ। ਜੇ ਲੋਕਾਂ ਦੀ ਤਾਕਤ ਇਹਨਾਂ ਦੇ ਪਿੱਛੋਂ ਹਟ ਜਾਏਗੀ, ਪੀਪਲ ਅਨਸਬਸਕ੍ਰਾਈਬ them ਤਾਂ ਇਹ ਆਪਣੇ ਆਪ ਖਤਮ ਹੋ ਜਾਂਦੇ ਨੇ। ਤੇ ਇਹਨਾਂ ਦੇ ਆਪਣੇ 'ਚ ਕਿੰਨਾ ਮੁਕਾਬਲਾ ਹੋ ਰਿਹਾ। ਅੱਜ ਤੁਸੀਂ ਟਵਿੱਟਰ ਦੇ ਮੁਕਾਬਲੇ ਦੇ ਵਿੱਚ ਉੱਥੇ ਥ੍ਰੈਡਸ ਆ ਕੇ ਖੜਾ ਹੋ ਗਿਆ, ਟਵਿੱਟਰ ਨੂੰ ਆਪਣਾ ਨਾਂ ਹੀ ਬਦਲਣਾ ਪੈ ਗਿਆ। ਮੁਕਾਬਲੇ ਦੇ ਵਿੱਚ ਹੋਰ 4 ਹੈਗੇ ਨੇ। ਤੁਸੀਂ ਜੇ ਇੱਕ ਪਲੇਟਫਾਰਮ ਦੇ ਵਿੱਚ ਤੁਸੀਂ ਅੱਜ ਜੇ ਫੇਸਬੁੱਕ ਜਾਂ ਟਵਿੱਟਰ ਇਜ਼ ਟ੍ਰਾਈਂਗ ਟੂ ਬਿਹੇਵ, ਸਾਨੂੰ ਲੱਗਦਾ ਵੀ ਨਹੀਂ ਟਵਿੱਟਰ ਥੋੜਾ ਜਿਹਾ ਦਬਾਅ ਹੇਠ ਹੈ ਸਰਕਾਰ ਦੇ। ਲੋਕ ਫੇਸਬੁੱਕ ਤੇ ਚਲੇ ਜਾਂਦੇ ਨੇ, ਫੇਸਬੁੱਕ ਤੇ ਦਬਾਅ ਲੱਗਦਾ ਹੈ, ਲੋਕ YouTube ਤੇ ਚਲੇ ਜਾਂਦੇ ਨੇ। ਜੇ ਇਹ ਸਾਰੇ ਦੇ ਸਾਰੇ ਕੰਪਰੋਮਾਈਜ਼ ਹੋ ਜਾਣਗੇ, ਕੱਲ ਨੂੰ ਕੋਈ ਹੋਰ ਪਲੇਟਫਾਰਮ ਆਏਗਾ। ਸੋ ਇਹਨਾਂ ਦੀ ਤਾਂ ਆਪਣੀ ਮੁਕਾਬਲੇਬਾਜ਼ੀ ਚੱਲਦੀ ਪਈ ਹੈ। ਦੇ ਆਰ ਇਨ ਅ ਕੰਪੀਟੀਟਿਵ ਫੀਲਡ। ਇਹਨਾਂ ਨੂੰ ਕਿਸੇ ਸਰਕਾਰ ਨੇ ਪਿੱਛੋਂ ਥਾਪੜਾ ਨਹੀਂ ਦਿੱਤਾ ਹੋਇਆ। ਪ੍ਰੋਬਲਮ ਇੱਥੇ ਖੜੀ ਹੋ ਰਹੀ ਹੈ ਕਿ ਜਿੱਥੋਂ ਗਵਰਨਮੈਂਟਸ ਜਾਂ ਐਸਟੈਬਲਿਸ਼ਮੈਂਟ ਜਦੋਂ ਫੇਵਰ ਕਰਕੇ ਫੇਵਰਿਟਿਜ਼ਮ ਦੇ ਜ਼ਰੀਏ ਤੁਸੀਂ ਕੁਝ ਮੀਡੀਆ ਨੂੰ ਪ੍ਰੌਪ ਕਰਨਾ ਚਾਹੁੰਦੇ ਹੋ, ਜਿਹਨੂੰ ਆਪਾਂ ਦੂਸਰੀ ਭਾਸ਼ਾ 'ਚ ਵੀ ਕਹਿੰਦੇ ਵੀ ਸਟੇਟ ਫੰਡਡ ਜਾਂ ਸਟੇਟ ਬੋਲਸਟਰਡ ਮੀਡੀਆ, ਤਾਂ ਕੁਝ ਮੀਡੀਆ ਨੂੰ ਤੁਸੀਂ ਖੜਾ ਕਰਨਾ ਚਾਹੁੰਦੇ ਹੋ ਤੇ ਆਲਟਰਨੇਟ ਮੀਡੀਆ ਨੂੰ ਤੁਸੀਂ ਕਿਤੇ ਨਾ ਕਿਤੇ ਕਮਜ਼ੋਰ ਕਰ ਰਹੇ ਹੋ। ਤਾਂ ਉਹਨਾਂ ਦੇ ਇਹ ਫਿਰ ਪਲੇਟਫਾਰਮਸ ਦੀ ਤਾਕਤ ਤੁਹਾਡੀ ਕੀ ਹੈ? ਤਾਕਤ ਤਾਂ ਤੁਹਾਡੀ ਫਿਰ ਸੋਸ਼ਲ ਮੀਡੀਆ ਹੀ ਹੈ ਨਾ। ਹੁਣ ਜੇ ਤੁਸੀਂ ਸੋਸ਼ਲ ਮੀਡੀਆ ਨੂੰ ਹੀ ਕਮਜ਼ੋਰ ਕਰ ਦਿਓ ਤੇ ਇਹ ਕਹੋ ਜੀ ਸੋਸ਼ਲ ਮੀਡੀਆ ਅਨਐਥੀਕਲ ਬਿਹੇਵ ਕਰ ਰਿਹਾ, ਸੋਸ਼ਲ ਮੀਡੀਆ ਦੇ ਰੈਵਨਿਊ ਨਹੀਂ ਸ਼ੇਅਰ ਕਰ ਰਿਹਾ, ਉਹਨੂੰ ਬਦਨਾਮ ਕਰਕੇ ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਬੰਦ ਕਰਾ ਦਿਓ। ਤੇ ਜਦੋਂ ਤੁਹਾਡਾ ਫੇਸਬੁੱਕ ਹੀ ਖਤਮ ਹੋ ਗਿਆ, ਜੋ ਕਿ ਹੋ ਗਿਆ ਅੱਜ ਟੈਕਨੀਕਲੀ ਹੋ ਗਿਆ ਇੱਥੇ ਖਤਮ ਨਾ, ਨਿਊਜ਼ ਦੇ ਪੱਖੋਂ ਤਾਂ ਖਤਮ ਹੋ ਗਿਆ। ਸੋ ਹੁਣ ਜਦੋਂ ਸੋਸ਼ਲ ਮੀਡੀਆ ਖਤਮ ਨਾ ਹੋਗਾ, ਬਾਂਸ ਨਾ ਬਜੇਗੀ ਬੰਸਰੀ। तो ਜਦੋਂ फेसबुक ही खत्म तो फिर इंडिपेंडेंट जर्नलिस्ट भी खत्म ते अदारे भी खत्म। यहाँ पे एक और सवाल बनता है कि जो मुझे जब मेटा का ही हमने अभी देखा है, गूगल का इम्पैक्ट नहीं हुआ है कि गूगल भी इस चीज़ से हट रहा है। गूगल ने अपना न्यूज़ केस करके जो एक उन लोगों ने मॉडल ऑस्ट्रेलिया में जब ये हुआ था सिमिलर चीज़, तो उन लोगों ने वहाँ पे किया था जब वो जाके जो है इंडिविजुअली बड़े मीडिया हाउसेस के साथ वो डील करते हैं कि भाई आप अपना कंटेंट हमें दें और हम इसको फीचर करेंगे अपने होम पेज पे। जो आप news.google.ca पे आप जाते हैं तो आप देखेंगे कनाडा के भी बहुत सारे न्यूज़ आउटलेट्स के जो टॉप स्टोरीज़ हैं वो आपको दिख जाएंगे। गूगल ने न्यूज़ केस की वजह से 2 बड़े कनेडियन अखबारों के साथ भी डील किया था, ये एंटिसिपेट करते हुए कि अगर ये C-18 आ जाएगा तो फिर उनके लिए दिक्कतें बढ़ जाएंगी। अब उन लोगों ने बोला है कि अब उस चीज़ को वो ऑनर नहीं करेंगे। जब ये 2021 में उन्होंने किया था, उन दोनों अखबारों ने ये नहीं बताया कि कितना पैसा उनको मिला, लेकिन
गूगल का न्यूज़ से हट जाना ये कनाडा के लिए मेरे ख्याल से बहुत बड़ी बात हो जाएगी। बिल्कुल। क्योंकि अब जो मैं पहले आपको मैंने फिगर दिया था 69% कैनेडियंस अपना न्यूज़ कंटेंट इंटरनेट के ज़रिए लेते हैं, उसमें ये नहीं बताया गया है उसमें कितने लोग हैं जो गूगल में जाके सर्च करते हैं किसी भी न्यूज़ के बारे में। आप और हम तो हमारा बाय डिफ़ॉल्ट गूगल का ही इस्तेमाल हम करते हैं, लेकिन अगर गूगल ही हट जाएगा तो और भी एक बहुत बड़ा परसेंटेज आपका जो जिस 45% सोशल मीडिया से ले रहा था, अब 69% में भी कितने लोग होंगे जो एक्चुअल में जाके सीबीसी का वेबसाइट खोल के देखेंगे या रेड एफएम का वेबसाइट देख के ब्रॉडकास्ट सुनेंगे। तो ये तो और भी बहुत बड़ी बात हो जाएगी कि गूगल ही अगर हट गया, जो कि सबसे बड़ा न्यूज़ का प्लेटफॉर्म है, बड़ा रिलायबल ब्रांड है उस हिसाब से। नहीं, ਗੂਗਲ ਕੇ ਟ੍ਰਾਇਲਸ ਹੋ ਚੁੱਕੇ ਹਾਂ। ਗੂਗਲ ਨੇ ਟ੍ਰਾਇਲ ਕਰ ਲਏ ਹੈਗੇ ਨੇ। ਗੂਗਲ ਵੀ ਉਸ ਲਾਈਨ 'ਚ ਹੈ ਨਾ। ਬਿਲਕੁਲ। ਗੂਗਲ ਦੇ ਨਾਲ ਸਿਰਫ ਇੰਨੀ ਗੱਲਬਾਤ ਹੈ, ਹਜੇ ਵੀ ਗੱਲ ਚੱਲਦੀ ਪਈ ਹੈ। ਜਿਵੇਂ ਨਾ ਵੀ ਮੈਟਾ ਜਿਹੜੀ ਫੇਸਬੁੱਕ ਹੈ, ਇਹਨਾਂ ਨੇ ਸਨੈਪ ਕਰਤੀਆਂ ਆਪਣੀ ਗੱਲਬਾਤ, ਜਿੰਨੀ ਹੋ ਸਕੀ ਸੀ ਗੱਲਾਂ ਹੋਈਆਂ। ਉਸ ਤੋਂ ਬਾਅਦ ਹੁਣ ਪਿਛਲੇ ਲਾਸਟ ਵੀਕ ਜਿਹੜੇ ਪਾਸਕਲ ਐਸਟਿਓਂਸ਼ ਜਿਹੜੇ ਨਵੇਂ ਕਲਚਰ ਮਿਨਿਸਟਰ ਹੈਗੇ ਨੇ, ਹੈਰੀਟੇਜ ਮਿਨਿਸਟਰ, ਤੋਂ ਐਸਟਿਓਂਸ਼ ਨੇ ਗੂਗਲ ਦੇ ਖਿਲਾਫ ਸਿੱਧੇ ਮੋਰਚਾ ਖੋਲ੍ਹਤਾ ਵੀ ਇਹ ਤਾਂ ਮਨਮਾਨੀ ਕਰਦੇ ਪਏ ਨੇ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹ ਆਪਸ 'ਚ ਮੰਤਰੀ ਭਿੜ ਗਏ, ਲੇਕਿਨ ਗੂਗਲ ਦੇ ਨਾਲ ਹਜੇ ਗੱਲਬਾਤ ਚੱਲਦੀ ਪਈ। ਲੇਕਿਨ ਗੂਗਲ ਨੇ ਟਰਾਇਲ ਕਰ ਲਏ ਨੇ। ਗੂਗਲ ਨੇ ਅਨਾਊਂਸਮੈਂਟ ਕਰਤਾ ਹੈ ਕਿ ਗੂਗਲ ਨਿਊਜ਼ ਨੂੰ ਤੇ ਗੂਗਲ ਦਾ ਜਿਹੜਾ ਮੇਨ ਸਰਚ ਇੰਜਨ ਹੈ, ਜਿੱਥੇ ਕਿ ਜਾ ਕੇ ਆਪਾਂ ਸਰਚ ਕਰਦੇ ਹਾਂ ਸਭ ਕੁਝ, ਉਹਨੂੰ ਖਤਮ ਕਰ ਦੇਣਗੇ ਕੈਨੇਡਾ 'ਚ। ਤੁਸੀਂ ਇਹ ਸਮਝੋ ਕਿ ਉਹ ਤਾਂ ਦਿਸ ਵਿਲ ਬੀ ਲਿਟਰਲੀ ਹੈਂਡੀਕੈਪ ਇਨ ਦ ਪੀਪਲ। ਤੁਸੀਂ ਅੱਜ ਕੋਈ ਵੀ ਕਿਸੇ ਵੀ ਚੀਜ਼ ਬਾਰੇ ਇਨਫੋਰਮੇਸ਼ਨ ਲੱਭਣੀ ਹੈ, ਕੋਈ ਨਿਊਜ਼ ਲੱਭਣੀ ਹੈ, ਕੋਈ ਘਟਨਾ ਕਿਤੇ ਹੋ ਗਈ, ਤੁਹਾਡੇ ਕੰਨ 'ਚ ਕੋਈ ਖਬਰ ਆਈ ਕਿ ਜੀ ਉੱਥੇ ਫਲਾਂ ਸ਼ਹਿਰ 'ਚ, ਤੁਸੀਂ 4 ਕੋਡ ਵਰਡ ਟਾਈਪ ਕਰੋ ਜਾਂ ਜਿਹੜੇ ਕੀਵਰਡ ਤੇ ਨਾਲ ਲੇਟੈਸਟ ਕਰ ਦਿਓ ਤੇ ਤੁਹਾਨੂੰ 10 ਲਿੰਕ ਖੁੱਲ ਜਾਂਦੇ ਨੇ। ਸੋ ਉਹ ਤਾਂ ਲੋਕਾਂ ਦੀ ਤਾਕਤ ਹੈ। ਅੱਛਾ, ਇਹ ਜਿਹੜੇ ਜਾਇੰਟਸ ਨੇ, ਤੁਸੀਂ ਇਹ ਤਾਂ ਕਹਿ ਰਹੇ ਵੀ ਇਹਨਾਂ ਨੇ ਮੁਨਾਫੇ ਕਮਾਏ, ਇਹਨਾਂ ਨੇ ਟੈਕ ਦੇ ਵਿੱਚ ਵੀ ਤਾਂ ਇਨਵੈਸਟ ਕੀਤਾ ਹੈ। ਬਿਲਕੁਲ ਕੀਤਾ। ਇਹਨਾਂ ਦੇ ਤੁਸੀਂ ਜਾ ਕੇ ਸਰਵਰ ਰੂਮ ਚੈੱਕ ਕਰੋ ਜਿਹੜੇ ਗੂਗਲ ਦੇ ਕਿੱਡੇ ਵੱਡੇ, ਕਿੰਨਾ ਇਹਨਾਂ ਨੇ ਤੁਹਾਨੂੰ ਸਪੇਸ ਦਿੱਤੀ ਹੈ, ਬੈਂਡਵਿਡਥ। ਮੰਨ ਲਓ YouTube ਹੈ ਗੂਗਲ ਦੇ ਨਾਲ, YouTube ਦੇ ਉੱਤੇ ਤੁਸੀਂ ਕੋਈ ਜਿੰਨੇ ਮਰਜ਼ੀ ਵੀਡੀਓ ਪਾਈ ਚੱਲੋ। ਹੁਣ ਤੁਸੀਂ ਵੀਡੀਓ ਪਾ ਰਹੇ ਹੋ, ਉਹ ਚੱਲ ਰਹੇ ਨੇ ਨਹੀਂ ਚੱਲ ਰਹੇ ਨੇ, ਇਟ ਇਜ਼ ਇਮੈਟੀਰੀਅਲ, ਲੇਕਿਨ ਗੂਗਲ ਨੇ ਤਾਂ ਤੁਹਾਨੂੰ ਬੈਂਡਵਿਡਥ ਦਿੱਤੀ ਨਾ। ਤਾਂ ਚਾਹੇ ਹਾਈ ਡੈਫੀਨੇਸ਼ਨ 'ਚ ਤੁਸੀਂ, ਚਾਹੇ ਸਟੈਂਡਰਡ ਡੈਫੀਨੇਸ਼ਨ ਦੇ ਵਿੱਚ, ਉਹਨਾਂ ਨੇ ਉਸ ਚੀਜ਼ ਦੀ ਟੈਕਨੋਲੋਜੀ ਦੀ ਕਾਸਟ ਜਿਹੜੀ ਹੈਗੀਆਂ ਉਹ ਇਨਕਰ ਕੀਤੀਆਂ। ਅੱਛਾ, AI ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਐਲਗੋਰਿਦਮਸ ਨੂੰ ਹੈਂਡਲ ਕਰਨ ਦੇ ਵਿੱਚ ਤੁਹਾਡਾ ਕੰਟੈਂਟ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ, ਇਹਦੇ ਵਿੱਚ ਜਿੰਨੇ ਤੁਸੀਂ ਇੰਟਰਸਟਿਡ ਹੁੰਦੇ ਹੋ ਐਜ਼ ਏ ਕੰਟੈਂਟ ਮੇਕਰ ਜਾਂ ਐਜ਼ ਏ ਨਿਊਜ਼ ਜਰਨਲਿਸਟ ਔਰ ਐਜ਼ ਐਨ ਇਨਫਲੂਐਂਸਰ, ਉਸ ਤੋਂ ਜ਼ਿਆਦਾ ਇੰਟਰਸਟ ਗੂਗਲ ਦਾ ਵੀ ਤੁਹਾਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਏ। ਤੁਸੀਂ ਆਪਣੀ ਆਡੀਅנס ਦੇ ਬਾਰੇ ਜਾਣਦੇ ਨਹੀਂ ਹੋ, ਗੂਗਲ ਜਾਣਦਾ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਸਾਇੰਸ, ਟੈਕਨੋਲੋਜੀ, ਹਾਈਟੈਕ ਸਿਸਟਮ ਦੇ ਜ਼ਰੀਏ ਉਹਨਾਂ ਨੇ ਇਹ ਕੈਪੈਸਿਟੀ ਅਰਨ ਕੀਤੀ ਹੈ, ਹਾਸਲ ਕੀਤੀ ਹੈ, ਜੋ ਕਿ ਤੁਹਾਡੇ ਲਈ ਇੰਪਾਵਰਮੈਂਟ ਹੈ। ਮੈਂ ਤਾਂ ਕਹਾਂਗਾ ਸਾਡੇ ਲਈ ਇੰਪਾਵਰਮੈਂਟ ਹੈ। ਤੁਸੀਂ ਉਹਨਾਂ ਜਾਇੰਟਸ ਦੇ ਉੱਤੇ ਕੁਐਸਚਨ ਕਰ ਦਿਓ ਜੀ, ਪੈਸਾ ਕਿਉਂ ਕਮਾ ਰਹੇ ਨੇ, ਇਹ ਵੰਡ ਨਹੀਂ ਰਹੇ, ਕਿਹਨੂੰ ਨਹੀਂ ਦੇ ਰਹੇ ਪੈਸਾ, ਕਿਉਂ ਨਹੀਂ ਦੇ ਰਹੇ। ਆਈ ਮੀਨ ਦਿਸ ਇਜ਼ ਹੋਪਲੈਸ ਐਂਡ ਯੂ ਆਰ ਰਾਈਟ। ਗੂਗਲ ਦੇ ਆਲਰੇਡੀ ਟਰਾਇਲ ਹੋ ਚੁੱਕੇ ਨੇ। ਜੇ ਇਹਨਾਂ ਦੀ ਗੱਲਬਾਤ ਸਿਰੇ ਨਹੀਂ ਚੜ੍ਹਦੀ ਤੇ ਮੈਟਾ ਦੇ ਰਸਤੇ ਉੱਤੇ ਗੂਗਲ ਵੀ ਤੁਰ ਪੈਂਦਾ ਹੈ। ਤੇ ਤੁਸੀਂ ਦੇਖੋ ਜਿਹੜਾ ਇੱਥੇ ਆਲਰੇਡੀ ਪੀਪਲ ਹੈਵ ਸਟਾਰਟਿਡ ਫੀਲਿੰਗ ਦਾ ਹੀਟ। ਠੀਕ ਹੈ, ਫੇਸਬੁੱਕ ਤੇ ਹਰ ਬੰਦਾ ਖਬਰਾਂ ਲੱਭਣ ਨਹੀਂ ਚਾਹੁੰਦਾ, ਵੀ ਡੋਂਟ ਗੋ ਦੇਅਰ ਟੂ ਫਾਈਂਡ ਅ ਨਿਊਜ਼, ਲੇਕਿਨ ਗੂਗਲ ਤੇ ਬਹੁਤ ਲੋਕਾਂ ਦੀ ਨਿਰਭਰਤਾ ਹੈ। ਸੋ ਦ ਮੋਮੈਂਟ ਦੈਟ ਥਿੰਗ ਹੈਪਨਸ, ਮੈਨੂੰ ਨਹੀਂ ਲੱਗਦਾ ਕਿ ਸਰਕਾਰ ਉਹ ਚੀਜ਼ ਅਫੋਰਡ ਕਰ ਸਕਦੀ ਹੈ। ਲੇਕਿਨ ਤੁਸੀਂ ਦੇਖੋ ਕਿ ਇਹ ਤਾਂ ਬਿਲਕੁਲ ਉਲਟਾ ਨੈਰੇਟਿਵ ਇੱਥੇ ਚੱਲਦਾ ਪਿਆ। ਉਲਟਾ ਜਦੋਂ ਫੇਸਬੁੱਕ ਦਾ ਸਿਸਟਮ ਸ਼ੁਰੂ ਹੋਇਆ, ਸਰਕਾਰ ਕਹਿੰਦੀ ਅਸੀਂ ਤੁਹਾਨੂੰ ਐਡਵਰਟੀਜ਼ਮੈਂਟ ਨਹੀਂ ਦੇਣੀ, ਟਰੂਡੋ ਸਰਕਾਰ ਨੇ ਹਟਾਤੀ। ਆਪਣਾ ਬ੍ਰਿਟਿਸ਼ ਕੋਲੰਬੀਆ 'ਚ ਆਪਾਂ ਬੈਠੇ, ਇੱਥੇ ਦੀ EB ਸਰਕਾਰ ਨੇ ਵੀ ਬਦੋਬਦੀ, 1-2 ਹੋਰ ਸਟੇਟ ਪ੍ਰੋਵਿੰਸਿਸ ਨੇ, ਉਹ ਕਹਿੰਦੇ ਅਸੀਂ ਵੀ ਨਹੀਂ ਫੇਸਬੁੱਕ ਨੂੰ ਐਡਵਰਟਾਈਜ਼ਮੈਂਟ ਦਾਂਗੇ। ਕਿਉਂ? ਕਿਉਂਕਿ ਤੁਸੀਂ ਜੀ ਸਾਡੇ ਐਕਟ ਦੀ ਉਲੰਘਣਾ ਦੇ ਵਿੱਚ ਤੁਸੀਂ ਸਾਨੂੰ ਬਲੌਕ ਕਰ ਰਹੇ ਹੋ। ਉਹ ਬਲੌਕ ਫੇਸਬੁੱਕ ਨਹੀਂ ਕਰ ਰਿਹਾ, ਤੁਸੀਂ ਉਸਨੂੰ ਮਜਬੂਰ ਕੀਤਾ ਹੈ। ਤੁਸੀਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਜੀ ਸ਼ੇਅਰ ਕਰੋ, ਇਹ ਕਰੋ, ਉਹ ਕਰੋ, which was absolutely uncalled for. So I think ਇਹ ਕਿਤੇ ਨਾ ਕਿਤੇ ਮਤਲਬ ਇਹ ਗੱਲਾਂ ਬਾਤਾਂ ਬਹੁਤ ਗਲਤ ਪਾਸੇ ਜਾ ਰਹੀਆਂ ਨੇ। ਐਂਡ ਮੈਨੂੰ ਨਹੀਂ ਲੱਗਦਾ ਕਿ ਇਹਦਾ ਇੱਕ ਮਤਲਬ ਇੱਕ ਚੰਗੀ ਪੋਜ਼ਿਟਿਵ ਪੋਲੀਟੀਕਲ ਮੈਸੇਜ ਵੀ ਹੈ, ਨਾਟ ਓਨਲੀ ਫॉर द ਲਿਬਰਲ ਗਵਰਨਮੈਂਟ। ਜਿਹੜੀਆਂ ਸਰਕਾਰਾਂ ਅੱਜ, ਚਾਹੇ ਉਹ BC ਦੀ ਗਵਰਨਮੈਂਟ ਹੈ, ਜਿਹੜੀ ਵੀ ਸਰਕਾਰਾਂ ਬਿਨਾਂ ਸੋਚੇ ਸਮਝੇ ਇਸ ਚੀਜ਼ ਦੀ ਇੰਪਲੀਕੇਸ਼ਨ ਸੈਂਸਰਸ਼ਿਪ ਦੇ ਪੱਖੋਂ, ਇਟ ਇਜ਼ ਇਨਡਾਇਰੈਕਟ ਸੈਂਸਰਸ਼ਿਪ ਦੈਟ ਹੈਜ਼ ਹੈਪਨਡ ਇਨ ਕੈਨੇਡਾ ਟੂਡੇ। ਬਿਲਕੁਲ, ਦੇਰ ਇਜ਼ ਐਬਸੋਲੂਟਲੀ ਨੋ, ਇਹਨੂੰ ਹੋਰ ਕੋਈ ਇਹਦੇ ਸ਼ਬਦਾਵਲੀ ਨਹੀਂ ਹੈ। ਤੁਸੀਂ ਗੱਲ ਨੂੰ ਘੁਮਾ ਫਿਰਾ ਕੇ ਗੋਲ ਮੋਲ ਜਿਵੇਂ ਮਰਜ਼ੀ ਕਰ ਲਓ, ਲੇਕਿਨ ਅੱਜ ਕੈਨੇਡਾ ਦੇ ਵਿੱਚ ਨਿਊਜ਼ ਦੀ ਸੈਂਸਰशिप शुरू हो चुकी है। अब जैसे हमारा भी ये वीडियो गूगल और मेटा के प्लेटफॉर्म्स पे ही अवेलेबल होगा, जो लोग अभी देख रहे हैं हमें, वो भी इन दोनों प्लेटफॉर्म्स पे ही देख रहे हैं। ਤੇ ਸਾਨੂੰ ਮੈਨੂੰ ਲੱਗਦਾ ਵੀ ਇੰਡੀਆ ਤੇ ਪਾਕਿਸਤਾਨ 'ਚ ਜ਼ਿਆਦਾ ਲੋਕ ਵੇਖ ਲੈਣਗੇ ਜਾਂ ਕਿਸੇ ਹੋਰ ਮੁਲਕ 'ਚ ਲੋਕ ਵੇਖਣਗੇ, ਕੈਨੇਡਾ 'ਚ ਅਸੀਂ ਨਹੀਂ ਦੇਖ ਪਾਵਾਂਗੇ। जी, बहुत कम लोग देखेंगे। मेरा आखिरी सवाल यहाँ पे ये है, एक ऑब्जर्वेशन भी है साथ में कि जर्नलिज्म के स्कॉलर्स, मीडिया स्कॉलर्स, कुछ लोगों ने भी ये कहा है कि इससे जो है आपका जर्नलिज्म कनाडा में मकबूल नहीं हो रहा है, कि आप ये चाह रहे हैं कि सब्सिडाइज कर करके जो है इसका जो एक आप एक क्रच दे रहे हैं, नहीं इसको चलने के लिए, ऑलरेडी ये टूटा फूटा है,
इसका रेवेन्यू मॉडल ख़राब है मीडिया का ओवरऑल कनाडा में, दुनिया भर में सेम हाल है, लेकिन यहाँ पे कम से कम सरकार कोशिशें कर रही है कि भाई यहाँ से पैसे निकालो, उधर डालो, इसको मजबूर करो पैसे देने के लिए, लेकिन इससे जो है जर्नलिज्म का फ्यूचर सिक्योर नहीं होता है। बहुत मीडिया स्कॉलर्स ये कह रहे हैं, उल्टा नुकसान हो गया है कि अब अगर गूगल में भी अगर आप नहीं रहा, और पुरानी दुनिया तो है नहीं कि भाई आप वापस एक प्रिस्टीन पीरियड में आप चले जाएंगे जहाँ पे जो है कोशिश कर रहे ने वैसे जाइए उधर मतलब कहते पत्थर स्टोन एज ਵੱਲ ਤੁਰਨ ਦੀ ਕੋਸ਼ਿਸ਼ ਕਰਦੇ ਪਏ ਨੇ, लेकिन आई डोंट नो कितने कामयाब होंगे। तो यहाँ पे फिर अगर हम इस पे अगर ओवरऑल हम देखें पिक्चर, तो क्या आपको लगता है कि इससे जर्नलिज्म बहुत सिक्योर हो गया, डेमोक्रेसी बहुत सिक्योर हो गई? कुछ लोगों को एक कैथार्टिक प्लेजर मिल गया, अच्छा देखो अरे फेसबुक के इतने पैसे कट जाएंगे या फिर उसके पढ़ कट जाएंगे, लेकिन क्या अल्टीमेटली नहीं। लोगों का नुकसान हुआ? बहुत बड़ा नुकसान, ਇਨਵੇਰੀਏਬਲੀ ਬਹੁਤ ਵੱਡਾ ਨੁਕਸਾਨ ਹੋਇਆ, ਇਹਦੇ 'ਚ ਕੋਈ ਦੁਰਾਵਾ ਨਹੀਂ। ਤੁਸੀਂ ਦੇਖੋ ਵੀ ਬਾਰ-ਬਾਰ ਕਿਹਾ ਜਾਂਦਾ ਹੈ, ਹੁਣ ਆਪ ਜਿਹੜੇ CBC ਵਰਗੇ ਅਦਾਰੇ ਨੇ, ਬਹੁਤ ਚੰਗੇ ਇੱਥੇ ਚੈਨਲ ਹੈਗੇ ਨੇ ਸਾਡੇ, ਉਹਨਾਂ ਨੇ ਸੈਂਕੜਾਂ ਦੀ ਗਿਣਤੀ ਦੇ ਵਿੱਚ ਜੌਬ ਕੱਟਸ ਕੀਤੀਆਂ ਨੇ, ਟੈਕ ਜਾਇੰਟਸ ਨੇ ਜੌਬ ਕੱਟ ਕੀਤੀਆਂ ਨੇ। ਕਿਹੜਾ ਐਸੀ ਵੱਡੀ ਕੰਪਨੀ ਦਾ ਤੁਸੀਂ ਨਾਂ ਲਓ ਜਿਹਨੇ ਜੌਬ ਨਹੀਂ ਸਲੈਸ਼ ਕੀਤੀਆਂ? ਸੋ ਨੌਕਰੀਆਂ ਤਾਂ ਦੇਖੋ, ਦੁਨੀਆ ਦੇ ਵਿੱਚ ਇੱਕ ਗਲੋਬਲ ਮੰਦੀ ਚੱਲਦੀ ਪਈ ਹੈ। देयर इज अ सिचुएशन व्हेन देयर इज एन इकोनॉमिक स्लो डाउन विच इज ऑलरेडी देयर। ਅਮਰੀਕਾ ਦੇ ਵਿੱਚ ਭਾਰੀ ਸਲੋ ਡਾਊਨ ਹੈ, ਕੈਨੇਡਾ ਦੇ ਹਰ ਪਾਸੇ ਸਲੋ ਡਾਊਨ ਹੈ। ਸੋ ਉਸ ਦੇ ਚੱਲਦੇ ਜਿਹੜੀਆਂ ਨੌਕਰੀਆਂ ਕੱਟ ਰਹੀਆਂ ਨੇ, ਜਿਹੜੇ ਨਿਊਜ਼ ਰੂਮਸ ਬੰਦ ਹੋ ਰਹੇ ਨੇ, ਜਿਨ੍ਹਾਂ ਨੂੰ ਇਹ ਜਿਹੜੀਆਂ ਮਤਲਬ ਸਾਡੀਆਂ ਸਰਕਾਰਾਂ ਨੇ ਜਾਂ ਕੈਨੇਡਾ ਦੀ ਗਵਰਨਮੈਂਟ ਹੈ, ਉਹ ਕਹਿ ਰਹੇ ਨੇ ਕਿ ਜੀ ਬਿਕੋਜ਼ ਆਫ ਥੀਸ ਜਾਇੰਟਸ ਨਿਊਜ਼ ਰੂਮਸ ਹੈਵ ਕਲੋਜ਼ਡ। ਐਂਡ ਲੁੱਕ ਐਟ ਦਿਸ ਨੈਰੇਟਿਵ ਕਿ ਬਿਕੋਜ਼ ਆਫ ਕੰਪੀਟੀਸ਼ਨ ਯੂ ਫੀਲ ਸਮਬਡੀ ਸ਼ਾਪ ਹੈਜ਼ ਕਲੋਜ਼ਡ। ਵੀ ਜੇ ਮੈਂ ਚੰਗਾ ਪ੍ਰੋਡਕਟ ਘੱਟ ਕੀਮਤ ਦੇ ਉੱਤੇ ਦੇ ਰਿਹਾ ਹਾਂ, ਮੁਕਾਬਲੇਬਾਜ਼ੀ ਦੇ ਇਸ ਮੈਦਾਨ ਦੇ ਵਿੱਚ ਖੜਾ ਹੋ ਕੇ ਚੰਗਾ ਪਰਫਾਰਮ ਕਰ ਰਹੇ ਹਾਂ, ਤੇ ਕਿਸੇ ਦਾ ਕੰਮ ਬਿਜ਼ਨਸ ਘਟ ਗਿਆ ਤੇ ਉਹਦਾ ਵਪਾਰ ਘਟ ਗਿਆ, ਤਾਂ ਤੁਸੀਂ ਕਹੋ ਜੀ ਉਹਦੀ ਮੈਂ ਨਿਊਜ਼ ਰੂਮ ਬੰਦ ਕਰਵਾਤੇ। ਤੇ ਜਿਹੜੇ ਗਲੋਬਲ ਇਕਨੋਮਿਕ ਟਰਨ ਡਾਊਨ ਦੇ ਕਾਰਨ ਲੋਕਾਂ ਦੀ ਜੌਬਸ ਜਾ ਰਹੀਆਂ ਨੇ, ਲੋਕਾਂ ਦੀ ਨੌਕਰੀਆਂ ਗਈਆਂ ਨੇ, ਨਿਊਜ਼ ਰੂਮਸ ਬੰਦ ਫੇਸਬੁੱਕ ਦੇ ਕਾਰਨ ਨਹੀਂ ਹੋਏ ਨੇ, ਉਹਦੇ ਹੋਰ ਵੀ ਮਲਟੀਪਲ ਕਾਰਨ ਹੈਗੇ ਨੇ। ਤੇ ਸਰਕਾਰਾਂ ਕਿੰਨੇ ਕੁ ਨੂੰ ਫੰਡ ਕਰ ਲੈਣਗੀਆਂ? ਤੁਸੀਂ ਕੋਈ ਐਸਾ ਮਾਡਲ ਨਹੀਂ ਚਲਾ ਰੱਖਿਆ ਕਿ ਤੁਸੀਂ ਇੰਨੇ ਵੱਡੇ ਲੈਵਲ ਦੇ ਉੱਤੇ ਤੁਸੀਂ ਜਰਨਲਿਜ਼ਮ ਨੂੰ ਤੁਸੀਂ ਇੱਕ ਦੋ ਚੈਨਲਾਂ 'ਚ ਇਨਵੈਸਟ ਕਰ ਦਿਓ। ਉਹ ਜਿਵੇਂ ਅਮਰੀਕਾ ਦੇ ਜਿਹੜਾ ਇੰਗਲੈਂਡ ਦੇ ਵਿੱਚ BBC ਹੈ, ਇੱਥੇ CBC ਹੈ, ਸੋ ਦੇ ਆਰ ਦ ਸਟੇਟ ਫੰਡਡ ਮੀਡੀਆ। ਇਹਨਾਂ ਦੇ ਅਲੱਗ-ਅਲੱਗ ਮਾਡਲ ਹੈਗੇ ਨੇ, ਇਹਨਾਂ ਨੂੰ ਫੰਡਿੰਗ ਮਿਲ ਜਾਂਦੀ ਹੈ। ਸੋ ਇਹਨਾਂ ਨੂੰ ਖਰਚੇ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ। ਲੇਕਿਨ ਇੱਕ ਸਧਾਰਨ ਵਿਅਕਤੀ ਜੇ ਕੋਈ ਆਪਣਾ ਕੋਈ ਅਦਾਰਾ ਖੋਲ੍ਹ ਕੇ ਇਸ ਮੁਕਾਬਲੇਬਾਜ਼ੀ ਦੇ ਵਿੱਚ, ਮੰਡੀ ਦੇ ਵਿੱਚ, ਤੁਸੀਂ ਮਾਰਕੀਟ ਦੇ ਵਿੱਚ ਖੜੇ ਹੋ, ਤੁਹਾਨੂੰ ਬੜਾ ਸੰਘਰਸ਼ ਕਰਕੇ ਆਰਗੇਨਾਈਜੇਸ਼ਨ ਨੂੰ, ਅਦਾਰਿਆਂ ਨੂੰ ਚਲਾਉਣਾ ਪੈਂਦਾ। ਐਂਡ ਯੂ ਹੈਵ ਟੂ ਬੀ ਫੇਅਰ, ਯੂ ਹੈਵ ਟੂ ਬੀ ਇੰਡੀਪੈਂਡੈਂਟ, ਯੂ ਹੈਵ ਟੂ ਬੀ ਰੀਅਲਿਸਟਿਕ, ਤੇ ਦੈਟ ਇਜ਼ ਹਾਊ ਇਟ ਵਰਕਸ। ਸੋ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਨਹੀਂ, ਉਹਨਾਂ ਦੇ ਨਿਊਜ਼ ਰੂਮ ਬੰਦ ਹੋ ਗਏ ਤੇ ਬੰਦ ਇਹਨਾਂ ਨੇ ਕਰਾਏ। ਬਈ ਇਫ ਯੂ ਆਰ ਨਾਟ ਕੰਪੈਟੀਟਿਵਲੀ ਮੋਰ ਐਗਰੈਸਿਵ, ਮੋਰ ਵਾਇਬਲ, ਤੁਸੀਂ ਖੁਦ ਮੁਕਾਬਲੇ ਚੰਗੇ ਨਹੀਂ ਹੋ, ਦੈਟ ਇਜ਼ ਵਾਈ ਦੇਅਰ ਨਿਊਜ਼ ਰੂਮਸ ਮੇ ਹੈਵ ਕਲੋਜ਼ਡ। ਨਹੀਂ ਤਾਂ ਜੇ ਤੁਸੀਂ ਚੰਗਾ ਪਰਫਾਰਮ ਕਰਦੇ ਰਹੇ ਤੁਹਾਡੇ ਨਿਊਜ਼ ਰੂਮਸ ਬੰਦ ਨਹੀਂ ਸੀ ਹੋਣੇ। ਕਿਉਂਕਿ ਤੁਸੀਂ ਹੁਣ ਜਦੋਂ ਕਹਿੰਦੇ ਨੇ ਮਤਲਬ ਦ ਸੇਮ ਗੋਜ਼ ਫॉर ਇੰਡੀਆ, ਮਤਲਬ ਭਾਰਤ ਦੇ ਵਿੱਚ ਵੀ ਕਿੱਡੀ ਵੱਡੀ ਹਿਊਜ ਫੰਡਿੰਗ ਹੋ ਰਹੀ ਹੈ, ਸਿੱਧੇ ਤਰੀਕੇ ਦੇ ਨਾਲ ਨਹੀਂ ਤਾਂ ਅਸਿੱਧੇ ਤਰੀਕੇ ਦੇ ਨਾਲ। ਰੈਵਨਿਊ ਐਡਵਰਟੀਜ਼ਮੈਂਟ ਜਿਹੜੀ ਸਰਕਾਰ ਆਉਂਦੀ ਹੈ, ਉਹ ਮਤਲਬ 500 600 ਕਰੋੜ ਭਗਵੰਤ ਮਾਨ ਦੀ ਸਰਕਾਰ ਨੇ ਇੰਨਾ ਪੈਸਾ ਅਖਬਾਰਾਂ 'ਚ ਰੋਜ਼ ਇਸ਼ਤਿਹਾਰਬਾਜ਼ੀ, ਨਾ ਬੇਤੁਕੀਆਂ ਇਸ਼ਤਿਹਾਰਬਾਜ਼ੀਆਂ ਸਵੇਰ ਸ਼ਾਮ ਭਗਵੰਤ ਮਾਨ ਕਰ ਰਹੇ। ਲੋਕਾਂ ਦਾ ਪੈਸਾ ਉੱਥੇ ਗਰਕ ਕਰਦੇ ਪਏ ਨੇ। ਮੀਡੀਆ ਅਦਾਰੇ ਤਾਂ ਮਜ਼ਬੂਤ ਹੀ ਹੋ ਰਹੇ ਨੇ, ਲੇਕਿਨ ਜਰਨਲਿਜ਼ਮ ਮਜ਼ਬੂਤ ਨਹੀਂ ਹੋ ਰਿਹਾ। ਦੈਟ ਇਜ਼ ਦਾ ਪੁਆਇੰਟ। ਉੱਥੇ ਜਿਹੜੇ ਤੁਸੀਂ ਵੱਡੇ ਸੇਠ ਨੇ, ਧੰਨੇ ਸੇਠ ਨੇ, ਜਿਨ੍ਹਾਂ ਦੇ ਵੱਡੇ ਹੁਣ ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਅਖਬਾਰ ਖੋਲ੍ਹੇ ਹੋਏ ਨੇ, ਚੈਨਲ ਖੋਲ੍ਹੇ ਨੇ, ਉਹਨਾਂ ਨੂੰ ਤੁਸੀਂ ਕਰੋੜਾਂ ਰੁਪਏ ਦੇ ਗੱਫੇ ਦੇ ਰਹੇ ਹੋ। ਜਰਨਲਿਜ਼ਮ ਕਾਹਦਾ ਮਜ਼ਬੂਤ ਹੋ ਰਿਹਾ? ਅੱਜ ਤੁਸੀਂ ਖਬਰ ਚਲਾ ਕੇ ਦਿਖਾਓ ਸਰਕਾਰ ਦੇ ਖਿਲਾਫ, ਤੁਹਾਨੂੰ ਪਤਾ ਲੱਗੇਗਾ ਤੁਹਾਡੀ ਜਰਨਲਿਜ਼ਮ ਦੀ ਮਜ਼ਬੂਤੀ। ਸੋ ਸਰਕਾਰ ਜਦੋਂ ਫੰਡਿੰਗ ਕਰਦੀ ਹੈ ਨਾ, ਉਹ ਜਰਨਲਿਜ਼ਮ ਦੀ ਮਜ਼ਬੂਤੀ ਨਹੀਂ ਹੁੰਦੀ। ਲੋਕਾਂ ਨੂੰ, ਪੱਤਰਕਾਰਾਂ ਨੂੰ ਨੌਕਰੀ ਦੇਣਾ ਜਰਨਲਿਜ਼ਮ ਨੂੰ ਮਜ਼ਬੂਤ ਕਰਨਾ ਨਹੀਂ, ਉਹਨਾਂ ਨੂੰ ਬੋਲਣ ਦੀ ਆਜ਼ਾਦੀ ਦੇਣਾ, ਜੋ ਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਹੇ ਨੇ, ਉਹ ਜਰਨਲਿਜ਼ਮ ਦੀ ਮਜ਼ਬੂਤੀ ਹੈ। ਜਿਸ ਵਿੱਚ ਕਿ ਮੈਨੂੰ ਲੱਗਦਾ ਕਿ ਅੱਜ ਕੈਨੇਡੀਅਨ ਸਰਕਾਰ ਵੀ ਉਹਨਾਂ ਹੀ ਰਾਹ ਤੇ ਤੁਰਦੀ ਪਈ ਹੈ, ਜਿੱਥੇ ਕਿ ਕਈ ਆਟੋਕ੍ਰੈਟਿਕ ਸਰਕਾਰਾਂ ਪਹਿਲਾਂ ਕਈ ਦੁਨੀਆ ਦੇ ਮੁਲਕਾਂ 'ਚ ਤੁਰ ਚੁੱਕੀਆਂ ਨੇ। पब्लिक ब्रॉडकास्टर्स तो मजबूत होंगे, उन पे शायद फ़र्क ना पड़े, लेकिन छोटे ब्रॉडकास्टर्स हों या छोटे मीडिया आउटलेट्स हो, उन पे बहुत फ़र्क पड़ेगा। आज हम पे असर हो रहा है बिकॉज आज का हमारा ब्रॉडकास्ट शायद कनाडा में बहुत कम लोग देख पाएंगे, कनाडा के बाहर लोग देख पाएंगे। लेकिन मेरे ख्याल से गूगल जब इस खेल में पूरी तरह से उतर जाएगा, तब हम शायद एक और ब्रॉडकास्ट करेंगे या फिर एक और हमें ਉਹ ਫਿਰ ਹੋਏਗਾ ਜਿਹਨੂੰ ਕਹਿੰਦੇ ਤਰਾਹੀਮਾਮ ਹੋਏਗਾ। बिल्कुल सही बात, वो स्टेज होएगी। लेकिन आज की इस चर्चा में जुड़ने के लिए आपका बहुत शुक्रिया। थैंक यू जी। आप सबका भी बहुत बहुत शुक्रिया अपना कीमती वक्त हमें देने के लिए।